गल नूं किसी होर पासे तोरता, सानूं बदनाम कर दिता गया ਜਾਂ उस सारे ਵਰਤਾਰੇ ਨੂੰ बदनाम कर दिता गया। साडे बंदिਆਂ ने कुछ भी गलत नहीं किया। ਜਿਹੜੀ माड़ी मोटी कुटमार हुई आ ਪਹਿਲਾਂ पुलिस ने, क्योंकि मैं तो सारे वीडियोज़ देखे ना, इंटैरोगेशन 'ਚ ਮੈਨੂੰ ਦਿਖਾਉਂਦੇ ਸੀ, ਕਹਿੰਦੇ ਸੀ ਦੱਸੋ ਕੌਣ ਆ ਇਹ। ਉਹਦੇ 'ਚ ਪੁਲਿਸ ਨੇ ਪਹਿਲਾਂ ਲਾਠੀ ਚਾਰਜ ਸ਼ੁਰੂ ਕੀਤਾ। ਲਾਠੀ ਚਾਰਜ ਸਾਡੇ ਬੰਦੇ ਭੱਜ ਪਏ। ਇਹ ਸਾਰਾ ਕੁਝ ਉਹਨਾਂ ਕੋਲੇ ਵੀਡੀਓ 'ਚ ਪਿਆ, ਪਰ ਉਹਨਾਂ ਨੇ ਬਦਨਾਮ ਸਾਨੂੰ ਹੀ ਕਰਨਾ। ਭੱਜ ਪਏ ਤਾਂ ਸਾਡੇ ਨਿਹੰਗ ਸਿੰਘ ਖੜ ਗਏ। ਨਿਹੰਗ ਸਿੰਘ ਖੜ ਗਏ, ਨਿਹੰਗ ਸਿੰਘ ਉਹਨਾਂ ਨੂੰ ਪੈ ਗਏ। ਜਦੋਂ ਉਹ ਪੈ ਗਏ ਤਾਂ ਆਪਸ 'ਚ ਮਾੜੀ ਮੋਟੀ ਝੜਪ ਹੋ ਗਈ। ਉਦੋਂ ਬਾਅਦ ਆਪਣੇ ਬੰਦਿਆਂ ਨੇ ਉੱਤੇ ਲੇਟ ਉਹਨਾਂ ਨੂੰ ਬਚਾਇਆ, ਪਰ ਉਹ ਕਦੇ ਨਹੀਂ ਦਿਖਾਉਣਗੇ। ਉਹੀ ਦਿਖਾਉਣਗੇ ਜਿਹੜੀਆਂ ਛਾਲਾਂ ਮਾਰੀ ਜਾਂਦੇ ਸੀ। 26 ਤਰੀਕ ਤੋਂ ਪਹਿਲਾਂ ਕਿਵੇਂ ਤਰਲੋ ਮੱਛੀ ਹੁੰਦੀ ਸੀ ਸਰਕਾਰ। ਰਿੰਗ ਰੋਡ ਜਾ ਕੇ ਮਾਰਚ ਕਰਾਂਗੇ ਕਿਹਨੇ ਕਿਹਾ ਸੀ? ਕਿਸਾਨ ਲੀਡਰਸ਼ਿਪ ਨੇ ਕਿਹਾ ਸੀ ਨਾ। ਬੈਰੀਕੇਡ ਕਿਹਨੇ ਤੋੜੇ ਸੀ? ਚਾਰੇ ਪਾਸਿਓਂ ਉਹਨਾਂ ਦੇ ਬੰਦਿਆਂ ਨੇ ਹੀ ਤੋੜੇ ਸੀ ਨਾ। ਪਿੰਡਾਂ ਵਾਲੇ ਲੋਕ ਤਾਂ ਸਿੱਧੀ ਗੱਲ ਸਮਝਦੇ ਆ ਵੀ ਯਾਰ ਇੱਥੇ ਤਾਂ ਪੋਲਿਟਿਕਸ ਹੋਣ ਲੱਗ ਗਈ, ਹੁਣ ਚਲੋ ਚੱਲੀਏ। ਖਤਮ ਹੋਇਆ ਸੀ, ਕਿਸਾਨੀ ਖਤਮ ਅਸੀਂ ਕਹਿ ਦਈਏ ਵੀ ਠੱਲ ਗਿਆ ਸੀਗਾ। ਅੱਜ ਫਿਰ ਦੁਬਾਰਾ ਉੱਥੋਂ ਸ਼ੁਰੂ ਕਰਨ ਦੀ ਕੋਈ ਕੋਸ਼ਿਸ਼ ਦੀਪ ਸਿੱਧੂ ਵੱਲੋਂ। ਬਾਈ ਜੀ, ਸੰਘਰਸ਼ ਤਾਂ ਸਾਡਾ ਠੱਲਿਆ ਵੀ ਨਹੀਂ ਗਿਆ ਸੀ ਔਰ ਸੰਘਰਸ਼ ਕਦੇ ਵੀ ਖਤਮ ਨਹੀਂ ਹੋਇਆ। ਸੰਘਰਸ਼ ਤਾਂ ਲਗਾਤਾਰ ਨਿਰੰਤਰ ਚਾਲੂ ਆ ਔਰ ਇਹ ਸੰਘਰਸ਼ ਤੁਸੀਂ ਇਹ ਕਹਿ ਲਓ ਇਕੱਲਾ ਇੱਥੇ ਹੀ ਨਹੀਂ ਰੁਕਣਾ। ਹਜੇ ਸੰਘਰਸ਼ ਆ ਜਿਹੜਾ ਉਹ ਕਿਸਾਨੀ ਬਿੱਲਾਂ ਤੋਂ ਲੈ ਕੇ ਸਾਡੇ ਆਲਟਰਨੇਟਿਵ ਕ੍ਰੌਪ ਪੈਟਰਨ ਜਿਹੜੀਆਂ ਸਾਡੇ ਕੋਲੇ ਨਵੀਆਂ ਫਸਲਾਂ ਜਿਹੜੀਆਂ ਪੰਜਾਬ ਦੇ ਵਾਤਾਵਰਣ ਤੇ ਮਿੱਟੀ ਦੇ ਅਨੁਕੂਲ ਫਸਲਾਂ ਹੋਣ ਜਾਂ ਸਾਡੀਆਂ ਹੁੰਦੀਆਂ ਸੀ, ਉਹ ਵੀ ਕਰਾਂਗੇ। ਸੋ ਸਾਡੇ ਲੋਕਾਂ ਨੂੰ ਇਹਨਾਂ ਕਰਜ਼ਿਆਂ ਚੋਂ, ਖੁਦਕੁਸ਼ੀਆਂ ਚੋਂ, ਜੋ ਉਹਨਾਂ ਦੀ ਮਾਨਸਿਕਤਾ ਤੇ ਐਡੀ ਵੱਡੀ ਜੋ ਇੱਕ ਤੁਸੀਂ ਕਹਿ ਲਓ ਵੀ ਗੁਲਾਮੀ ਪਈ ਆ, ਉਹਨੂੰ ਵੀ ਕੱਢਣਾ। ਸੋ ਸੰਘਰਸ਼ ਸਾਡਾ ਨਿਰੰਤਰ ਚਾਲੂ ਆ ਬਾਈ। ਪਰ ਕਿਸਾਨੀ ਸੰਘਰਸ਼ ਜਿਹੜੀਆਂ ਦਿੱਲੀ ਦੀਆਂ ਜੂਹਾਂ ਤੇ ਬੈਠੇ ਆ ਆਪਾਂ, ਉਹਦੇ 'ਚ ਹੀ ਅਸੀਂ ਉਹਦੇ ਹੀ ਪਾਰਟ ਆ। ਉਸੇ ਸੰਘਰਸ਼ ਨੂੰ ਅੱਗੇ ਵਧਾਵਾਂਗੇ। ਆਪਦੇ ਲੋਕਾਂ ਨੂੰ ਵੀ ਇਹ ਕਹਾਂਗੇ ਵੀ ਵੱਧ ਤੋਂ ਵੱਧ ਸ਼ਮੂਲੀਅਤ ਦਿਓ ਤੇ ਲੀਡਰਸ਼ਿਪ ਨੂੰ ਮੈਂ ਬੇਨਤੀ ਇਹ ਕਰੂੰਗਾ ਵੀ ਕੋਈ ਪਲਾਨ ਦਿਓ ਅਗਲਾ, ਤਾਂ ਕਿ ਅਸੀਂ ਸਾਰਿਆਂ ਨੂੰ ਇੱਥੋਂ ਆਪਦੇ ਲੋਕਾਂ ਨੂੰ ਲੈ ਕੇ ਆ ਸਕੀਏ ਤੇ ਫਿਰ ਇੱਕ ਵਾਰੀ ਉਨੀ ਹਿੰਮਤ ਨਾਲ ਜਿਵੇਂ ਆਪਾਂ 26 ਜਨਵਰੀ ਨੂੰ ਦਿਖਾਈ ਸੀ, 25 26 ਦਾ ਤੁਸੀਂ ਉੱਥੇ ਮਾਹੌਲ ਦੇਖਣਾ ਸੀ। ਉਦੋਂ ਚਲੋ ਗੱਲ ਨਹੀਂ ਸਾਂਭੀ ਗਈ, ਗੱਲ ਨੂੰ ਕਿਸੇ ਹੋਰ ਪਾਸੇ ਤੋਰਤਾ, ਸਾਨੂੰ ਬਦਨਾਮ ਕਰ ਦਿੱਤਾ ਗਿਆ ਜਾਂ ਉਸ ਸਾਰੇ ਵਰਤਾਰੇ ਨੂੰ ਬਦਨਾਮ ਕਰ ਦਿੱਤਾ ਗਿਆ। ਸਾਡੇ ਬੰਦਿਆਂ ਨੇ ਕੁਝ ਵੀ ਗਲਤ ਨਹੀਂ ਕੀਤਾ। ਸਾਡੇ ਬੰਦੇ ਜਾਬਤੇ 'ਚ ਰਹੇ, ਪੀਸਫੁਲ ਰਹੇ। ਜਿਹੜੀ ਮਾੜੀ ਮੋਟੀ ਕੁੱਟਮਾਰ ਹੋਈ ਆ ਪਹਿਲਾਂ ਪੁਲਿਸ ਨੇ, ਕਿਉਂਕਿ ਮੈਂ ਤਾਂ ਸਾਰੇ ਵੀਡੀਓਜ਼ ਦੇਖੇ ਨਾ, ਇੰਟੈਰੋਗੇਸ਼ਨ 'ਚ ਮੈਨੂੰ ਦਿਖਾਉਂਦੇ ਸੀ, ਕਹਿੰਦੇ ਸੀ ਦੱਸੋ ਕੌਣ ਆ ਇਹ। ਉਹਦੇ 'ਚ ਪੁਲਿਸ ਨੇ ਪਹਿਲਾਂ ਲਾਠੀ ਚਾਰਜ ਸ਼ੁਰੂ ਕੀਤਾ। ਲਾਠੀ ਚਾਰਜ ਸਾਡੇ ਬੰਦੇ ਭੱਜ ਪਏ। ਇਹ ਸਾਰਾ ਕੁਝ ਉਹਨਾਂ ਕੋਲੇ ਵੀਡੀਓ 'ਚ ਪਿਆ, ਪਰ ਉਹਨਾਂ ਨੇ ਬਦਨਾਮ ਸਾਨੂੰ ਹੀ ਕਰਨਾ। ਭੱਜ ਪਏ ਤਾਂ ਸਾਡੇ ਨਿਹੰਗ ਸਿੰਘ ਖੜ ਗਏ। ਨਿਹੰਗ ਸਿੰਘ ਖੜ ਗਏ, ਨਿਹੰਗ ਸਿੰਘ ਉਹਨਾਂ ਨੂੰ ਪੈ ਗਏ। ਜਦੋਂ ਉਹ ਪੈ ਗਏ ਤਾਂ ਆਪਸ 'ਚ ਮਾੜੀ ਮੋਟੀ ਝੜਪ ਹੋ ਗਈ। ਉਦੋਂ ਬਾਅਦ ਆਪਣੇ ਬੰਦਿਆਂ ਨੇ ਉੱਤੇ ਲੇਟ ਉਹਨਾਂ ਨੂੰ ਬਚਾਇਆ, ਪਰ ਉਹ ਕਦੇ ਨਹੀਂ ਦਿਖਾਉਣਗੇ। ਉਹੀ ਦਿਖਾਉਣਗੇ ਜਿਹੜੀਆਂ ਛਾਲਾਂ ਮਾਰੀ ਜਾਂਦੇ ਸੀ ਉਹ। ਸੋ ਸੰਘਰਸ਼ ਉੱਥੇ ਹੀ ਹੈ ਜੀ ਹਜੇ ਵੀ। ਰਿਹਾਈ ਤੋਂ ਬਾਅਦ ਪਹਿਲਾ ਲੋਕ ਪ੍ਰੋਗਰਾਮ ਆ ਜੇ ਅਸੀਂ ਦੇਖੀਏ ਹਾਂਜੀ ਕਿ ਨਵੀਂ ਸ਼ੁਰੂਆਤ ਆ, ਕੋਈ ਪਿੰਡ ਪੱਧਰ ਤੇ ਅਸੀਂ ਲੋਕਾਂ ਨੂੰ ਨਾਲ ਜੋੜਨ ਦੀ ਕਰ ਰਹੇ ਹੈਗੇ ਆ। ਕਿਉਂਕਿ ਤੁਸੀਂ ਕਹਿ ਰਹੇ ਹੋ ਸੰਘਰਸ਼ ਨਹੀਂ ਖਤਮ ਹੋਇਆ ਜਾਂ ਨਹੀਂ ਰੁਕਿਆ, ਪਰ ਇਹ ਵੀ ਇੱਕ ਤੱਥ ਹੈ ਕਿ ਉਦੋਂ ਬਾਅਦ ਸਾਨੂੰ ਸਰਕਾਰ ਦੀ ਕਾਲ ਵੀ ਕੋਈ ਨਹੀਂ ਆਈ ਕਿ ਸਾਡਾ ਕੋਈ ਮਿਲੋ। ਬਿਲਕੁਲ ਸਹੀ ਗੱਲ ਆ। ਇਹਦੇ ਲਈ ਹੀ ਮੈਂ ਹਮੇਸ਼ਾ ਲੀਡਰਸ਼ਿਪ ਨੂੰ ਬੇਨਤੀ ਕਰਦਾ ਰਿਹਾ ਵੀ ਤੁਸੀਂ ਆਪ ਵੇਖੋ 26 ਤਰੀਕ ਤੋਂ ਪਹਿਲਾਂ ਕਿਵੇਂ ਤਰਲੋ ਮੱਛੀ ਹੁੰਦੀ ਸੀ ਸਰਕਾਰ। ਕਿਵੇਂ ਵਾਰ-ਵਾਰ ਤੁਹਾਨੂੰ ਮੈਰਾਥਨ ਮੀਟਿੰਗਸ ਲਈ ਬੁਲਾਉਂਦੀ ਸੀ ਵੀ ਇੱਕਦਮ ਮੀਟਿੰਗ ਕਰੋ ਜੀ, ਆ ਕੇ ਸਾਡੇ ਨਾਲ ਕੋਈ ਗੱਲਬਾਤ ਕਰੋ। 26 ਤਰੀਕ ਤੋਂ ਬਾਅਦ ਜਦੋਂ ਤੁਸੀਂ ਆਪ ਹੀ ਸਰਕਾਰ ਦੀ ਬੋਲੀ ਬੋਲਣ ਲੱਗ ਗਏ, ਉਹੀ ਤਾਂ ਨੈਸ਼ਨਲ ਮੀਡੀਆ ਦੇ ਚੈਨਲ ਬੋਲ ਰਹੇ ਸੀ ਬੋਲੀ, ਉਹੀ ਸਾਡੇ ਆਗੂ ਬੋਲਣ ਲੱਗ ਗਏ। ਕਿਤੇ ਨਾ ਕਿਤੇ ਸਾਡੇ ਲੋਕਾਂ 'ਚ ਇਸ ਗੱਲ ਦੀ ਨਿਰਾਸ਼ਾ ਗਈ ਆ ਔਰ ਤੁਸੀਂ ਉਸ ਤੋਂ ਬਾਅਦ ਸਰਟੀਫਿਕੇਟ ਵੰਡਣ ਲੱਗੇ ਉਹਨਾਂ ਬੰਦਿਆਂ ਦਾ ਹੀ ਜਿਹੜੇ ਤੁਹਾਡੇ ਨਾਲ ਹੀ ਪਿਛਲੇ 4-5-6 ਮਹੀਨਿਆਂ ਤੋਂ ਤੰਬੂਆਂ 'ਚ ਸੜਕਾਂ ਤੇ ਬੈਠੇ ਸੀ। ਫਿਰ ਜਦੋਂ ਇਹੋ ਜਿਹੇ ਵਰਤਾਰੇ ਚੱਲਣ ਤਾਂ ਇਹ ਕਦੇ ਲੀਡਰਸ਼ਿਪ ਨੂੰ ਸਮਝ ਨਹੀਂ ਆਉਂਦੀ ਹੁੰਦੀ, ਪ੍ਰੈਸ਼ਰ ਬਹੁਤ ਹੁੰਦਾ ਜਾਂ ਆਪਦੀ ਜ਼ਿੰਮੇਵਾਰੀ ਜਿਹੜੀ ਉਹਨਾਂ ਦੀ ਬੁਲਾਇਆ ਕਿਹਨੇ ਸੀ? ਦਿੱਲੀ ਕਿਸਾਨ ਲੀਡਰਸ਼ਿਪ ਨਹੀਂ ਬੁਲਾਇਆ ਸੀ ਨਾ। ਰਿੰਗ ਰੋਡ ਜਾ ਕੇ ਮਾਰਚ ਕਰਾਂਗੇ ਕਿਹਨੇ ਕਿਹਾ ਸੀ? ਕਿਸਾਨ ਲੀਡਰਸ਼ਿਪ ਨੇ ਕਿਹਾ ਸੀ ਨਾ। ਬੈਰੀਕੇਡ ਕਿਹਨੇ ਤੋੜੇ ਸੀ? ਚਾਰੇ ਪਾਸਿਓਂ ਉਹਨਾਂ ਦੇ ਬੰਦਿਆਂ ਨੇ ਹੀ ਤੋੜੇ ਸੀ ਨਾ। ਸੋ ਜੇ ਅਸੀਂ ਆਪਦੇ ਬੰਦਿਆਂ ਤੋਂ ਮੁਨਕਰ ਹੋ ਜਾਾਂਗੇ ਤਾਂ ਲੋਕਾਂ ਦੇ ਮਨਾਂ 'ਚ ਠੇਸ ਵੱਜੂਗੀ ਤੇ ਉਹ ਠੇਸ ਵੱਜੀ, ਪਰ ਕੋਈ ਨਹੀਂ, ਅਸੀਂ ਵਾਪਸ ਆਪਦੇ ਆਪ ਨੂੰ ਰੀਗੇਨ ਕਰਕੇ ਫਿਰ ਉੱਥੇ ਜਾਵਾਂਗੇ। ਅਗਲਾ ਪ੍ਰੋਗਰਾਮ ਤਾਂ ਹੋਣ ਦਿਓ। ਤੁਸੀਂ ਅੱਜ ਆਪਣੇ ਜੱਦੀ ਪਿੰਡ ਪਹੁੰਚੇ ਹੋਏ ਹੋ। ਹਾਂਜੀ ਹਾਂਜੀ ਨਹੀਂ ਦੇਖੋ, ਹਾਂਜੀ ਗੱਲ ਇਹ ਹੈ ਬਾਈ, ਜਿਹੜਾ ਮੈਂ ਪਹਿਲਾਂ ਹੀ ਕਿਹਾ ਪਹਿਚਾਣ ਹੀ ਸਾਡੀ, ਖਾਸ ਤੌਰ ਤੇ ਜੇ ਆਪਾਂ ਪਿੰਡਾਂ ਦੀ ਗੱਲ ਕਰੀਏ, ਪੰਜਾਬ ਹਰਿਆਣੇ ਦੀ ਵੀ ਗੱਲ ਕਰੀਏ,
ਸਾਡੀ ਪਛਾਣ ਹੀ ਪਿੰਡਾਂ ਦੇ ਨਾਲ ਹੁੰਦੀ ਆ, ਆਪਦੇ ਪਿੰਡ ਦੇ ਨਾਲ ਹੁੰਦੀ ਆ। ਔਰ ਜੇ ਅਸੀਂ ਕਹਿੰਦੇ ਆ ਵੀ ਪੰਜਾਬ ਪਿੰਡਾਂ 'ਚ ਹੀ ਵਸਦਾ, ਅੱਜ ਵੀ ਪਿੰਡਾਂ 'ਚ ਹੀ ਵਸਦਾ। ਸੋ ਉਸੇ ਪੰਜਾਬ ਦੀ ਹੋਂਦ ਦੀ ਲੜਾਈ ਲੜ ਰਹੇ ਹਾਂ ਅਸੀਂ। ਤੇ ਜੇ ਪੰਜਾਬ ਤੁਹਾਡੀ ਹੋਂਦ ਦੀ ਲੜਾਈ ਅਸੀਂ ਲੜ ਰਹੇ ਹਾਂ, ਪਿੰਡੋਂ ਪਿਆਰ ਮਿਲਦਾ ਜਾਂ ਪਿੰਡ ਵਾਲੇ ਨਾਲ ਖੜਦੇ ਆ, ਇਦੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ। ਜਗਜੀਤ ਸਿੱਧੂ ਜਦੋਂ ਵੀ ਚੱਲੇ ਇੱਕ ਪਲਾਨ ਬਣਾ ਕੇ, ਮਾਸਟਰ ਪਲਾਨ ਤੁਸੀਂ ਵੀਡੀਓ 'ਚ ਵੀ ਦੱਸਦੇ ਰਹੇ ਹੁਣ ਕੀ ਪਲਾਨ ਬਣਾ ਕੇ ਅਸੀਂ ਚੱਲੇ ਨਿਕਲੇ ਆ ਪਿੰਡਾਂ ਦੇ ਵਿੱਚ ਕਿ ਕਿਸਾਨੀ ਸੰਘਰਸ਼ ਦੀ ਕਿਸ ਤਰ੍ਹਾਂ ਸ਼ਮੂਲੀਅਤ ਹੋਣਾ ਦੀਪ ਦੀ ਹੋਏਗੀ, ਦੁਬਾਰਾ ਲੋਕ ਵੀ ਵੇਖਣਾ ਚਾਹੁੰਦੇ ਹੋ ਸਟੇਜ ਦੇ ਉੱਤੇ। ਬਾਈ ਗੱਲ ਨਹੀਂ, ਸਟੇਜ ਤੇ ਤਾਂ ਮੈਂ ਪਹਿਲਾਂ ਵੀ ਨਹੀਂ ਗਿਆ ਸੀ, ਮੈਨੂੰ ਉਹਨਾਂ ਨੇ ਕਿਹਾ ਵੀ ਸੀ ਵੀ ਸਟੇਜ ਤੋਂ ਪਾਸੇ ਹੋ ਰਹੀ ਸੀ। ਹੁਣ ਵੀ ਜਿਵੇਂ ਉਹ ਕਹਿਣਗੇ ਉਵੇਂ ਚੱਲਾਂਗੇ, ਸਾਡੀ ਲੀਡਰਸ਼ਿਪ ਕਹੂਗੀ। ਪਰ ਲੀਡਰਸ਼ਿਪ ਨੂੰ ਬੇਨਤੀ ਇਹ ਆ, ਪਲਾਨ 26 ਨਵੰਬਰ ਦਾ ਵੀ ਉਹਨਾਂ ਨੇ ਦਿੱਤਾ ਸੀ, ਤੁਸੀਂ ਮੈਨੂੰ 26 ਨਵੰਬਰ ਨੂੰ ਵੀ ਦੇਖ ਲਿਆ ਸੀ, 26 ਜਨਵਰੀ ਦਾ ਵੀ ਦਿੱਤਾ ਸੀ। ਹੁਣ ਅਗਲਾ ਜਦੋਂ ਕੋਈ ਪਲਾਨ ਦਿਓ ਲੀਡਰਸ਼ਿਪ, ਪਰ ਜੇ ਉਦੋਂ ਪਹਿਲਾਂ ਅਸੀਂ ਆਪਸ 'ਚ ਬਹਿ ਕੇ ਕੋਈ ਗੱਲਬਾਤ ਕਰੀਏ, ਕੋਈ ਸਹਿਮਤੀ ਨਾਲ ਕੋਈ ਆਪਦੀ ਸਟ੍ਰੈਟਜੀ ਪਲਾਨ ਕਰੀਏ, ਮੇਰੇ ਖਿਆਲ 'ਚ ਉਹ ਸਾਨੂੰ ਕਰ ਲੈਣੀ ਚਾਹੀਦੀ ਹੈ। ਸਾਨੂੰ ਬੰਦੇ ਤੋੜਨੇ ਨਹੀਂ ਚਾਹੀਦੇ ਆਪਦੇ, ਉਲਟਾ ਸਾਨੂੰ ਬੰਦੇ ਜੋੜਨੇ ਚਾਹੀਦੇ ਆਪਦੇ ਨਾਲ। ਤੁਸੀਂ ਅੱਜ ਵੇਖੋ ਉੱਥੋਂ ਕਿੰਨੀਆਂ ਸੰਸਥਾਵਾਂ ਟੁੱਟ ਗਈਆਂ, ਸਾਡੀ ਨਿਹੰਗ ਸਿੰਘ ਜਥੇਬੰਦੀਆਂ ਕੱਲੀਆਂ ਬੈਠੀਆਂ, ਸਿੱਖ ਸਿਆਸਤ ਵਾਪਸ ਆ ਗਏ। ਉਹ ਵੀ ਉਹਨਾਂ ਨੇ 5-6 ਮਹੀਨੇ ਸੰਘਰਸ਼ ਉਹਨਾਂ ਨੇ ਵੀ ਕੀਤਾ। ਫਿਰ ਹੋਰ ਛੋਟੀਆਂ ਸਟੂਡੈਂਟ ਆਰਗੇਨਾਈਜੇਸ਼ਨ ਇੱਕ ਸਾਥ ਆ, ਉਹ ਵਾਪਸ ਆ ਗਏ। ਹੋਰ ਬਥੇਰੇ ਬੰਦੇ ਉੱਥੋਂ ਵਾਪਸ ਆਏ ਆ, ਇਸੇ ਕਰਕੇ ਕਿਉਂਕਿ ਜਦੋਂ ਰਾਜਨੀਤੀ ਆਪਸ 'ਚ ਹੀ ਹੋਣ ਲੱਗ ਜੇ ਨਾ, ਫਿਰ ਬੰਦਿਆਂ ਦੇ ਦਿਲ ਟੁੱਟਦੇ ਆ। ਹੋਰ ਪਿੰਡਾਂ ਵਾਲੇ ਲੋਕ ਤਾਂ ਸਿੱਧੀ ਗੱਲ ਸਮਝਦੇ ਆ ਵੀ ਯਾਰ ਇੱਥੇ ਤਾਂ ਪੋਲਿਟਿਕਸ ਹੋਣ ਲੱਗ ਗਈ, ਹੁਣ ਚਲੋ ਚੱਲੀਏ। ਜਦੋਂ ਇਕੱਠੇ ਤੇ ਉਹੋ ਜਿਹਾ ਜਜ਼ਬਾ ਜਿਹੜਾ ਅਸੀਂ ਉਹ 1-1.5-2 ਮਹੀਨਾ ਮੰਨਿਆ, ਉਹ ਮੰਨਣ ਵਾਲੇ ਪਲ ਸੀ। ਜੇ ਉਹ ਜਜ਼ਬਾ ਵਾਪਸ ਲੈ ਕੇ ਆਉਣਾ ਤਾਂ ਸਾਨੂੰ ਇਕੱਠੇ ਹੋਣਾ ਪਊਗਾ, ਇੱਕ ਦੂਜੇ ਨੂੰ ਸਹਿਣਾ ਸਿੱਖਣਾ ਪਊਗਾ, ਇੱਕ ਦੂਜੇ ਨੂੰ ਨਾਲ ਬਿਠਾਉਣਾ ਸਿੱਖਣਾ ਪਊਗਾ। ਬਾਈ ਜੀ, ਪਹਿਲਾਂ ਲੀਡਰਸ਼ਿਪ ਨੇ ਪੰਜਾਬ ਦੇ ਪ੍ਰੋਗਰਾਮ ਦਿੱਤੇ, ਜਿਹੜੇ ਪੰਜਾਬ ਦੇ ਵਿੱਚ ਲੀਡਰਸ਼ਿਪ ਨੇ ਪ੍ਰੋਗਰਾਮ ਕੀਤੇ, ਉਸ ਤੋਂ ਬਾਅਦ ਦੇ ਵਿੱਚ ਲੱਖੇ ਸਿਧਾਣੇ ਨੇ ਵੀ ਪ੍ਰੋਗਰਾਮ ਕੀਤੇ। ਹੁਣ ਤੁਸੀਂ ਵੀ ਪੰਜਾਬ ਦੇ ਵਿੱਚ ਤੁਰ ਪਏ ਹੋ, ਫਰਕ ਪਊ ਇਹਨਾਂ ਚੀਜ਼ਾਂ ਦੇ ਨਾਲ? ਕਿਉਂਕਿ ਜਦੋਂ ਲੀਡਰਸ਼ਿਪ ਪ੍ਰੋਗਰਾਮ ਕਰਦੀ ਸੀ ਤਾਂ ਲੋਕਾਂ ਦਾ ਕਹਿਣਾ ਸੀ ਕੀ ਫਾਇਦਾ ਪੰਜਾਬ ਦੇ ਵਿੱਚ ਪ੍ਰੋਗਰਾਮ ਕਰਨ ਦਾ। ਨਹੀਂ ਮੈਂ ਤੁਹਾਨੂੰ ਦੱਸਦਾ ਜੀ, ਗੱਲ ਇਹ ਹੁੰਦੀ ਆ ਕੀ ਫਾਇਦਾ ਆਪਣਾ ਧਰਨੇ ਲਾਉਣ ਦਾ ਵੀ, ਇਹ ਤਾਂ ਗੱਲ ਆਪਾਂ ਕਰ ਲਈਏ। ਅੱਜ ਜਿਹੜੀ ਲੀਡਰਸ਼ਿਪ ਹੁੰਦੀ ਆ, ਜਾਂ ਉਹ ਬੰਦੇ ਜਿਨ੍ਹਾਂ ਨਾਲ ਲੋਕ ਆਈਡੈਂਟੀਫਾਈ ਕਰਦੇ ਆ, ਜਿਵੇਂ ਅੱਜ ਮੇਰੇ ਚਿਹਰੇ ਨਾਲ ਆਈਡੈਂਟੀਫਾਈ ਕਰਨ ਲੱਗ ਗਏ, ਜਦੋਂ ਉਹ ਬੰਦੇ ਪਿੰਡ ਜਾ ਕੇ ਵਿਚਰਦੇ ਆ ਲੋਕਾਂ 'ਚ, 2-3 ਗੱਲਾਂ ਇਹਦੀਆਂ ਬਹੁਤ ਜ਼ਰੂਰੀ ਆ। ਪਹਿਲੀ ਗੱਲ ਤਾਂ ਤੁਹਾਡਾ ਜਿਹੜਾ ਬਿਰਤਾਂਤ ਆ ਸਾਡੀ ਕਿਸਾਨੀ ਦਾ, ਸਾਡੇ ਪੰਜਾਬ ਦਾ ਇੱਕ ਨੈਰੇਟਿਵ ਆ ਨਾ, ਸਾਡਾ ਇੱਕ ਸੋਚ ਹੀ ਆ ਨਾ, ਉਹ ਲੋਕਾਂ 'ਚ ਅਸੀਂ ਲੈ ਕੇ ਜਾਂਦੇ ਆ। ਸਾਡੀ ਪੋਲੀਟੀਕਲ ਕਲਾਸ ਨੇ ਅੱਜ ਤੱਕ ਸਾਨੂੰ ਕੀ ਦੇਤਾ? ਜਿਹੜੇ ਲੋਕਾਂ ਨੂੰ ਤੁਸੀਂ ਵੋਟਾਂ ਪਾ ਜਿਤਾਉਂਦੇ ਰਹੇ, ਮੈਂ ਕਿਸੇ ਪਾਰਟੀ ਦੀ ਗੱਲ ਨਹੀਂ ਕਰਦਾ, ਕਿਸੇ ਵੀ ਪਾਰਟੀ ਨੂੰ ਚੱਕ ਲਓ, ਕਿਸੇ ਪੋਲੀਟੀਕਲ ਕਲਾਸ ਨੇ ਦਿੱਤਾ? ਉਹ ਪੋਲੀਟੀਕਲ ਕਲਾਸ ਕਦੇ ਤੁਹਾਡੇ ਨਾਲ ਆ ਕੇ ਧਰਨਿਆਂ 'ਚ ਮੋਰਚਿਆਂ 'ਚ ਬੈਠੀ ਆ? ਕਿ ਇਕੱਲੇ ਖੰਡ ਪਾਠ ਦਾ ਭੋਗ ਹੋਵੇ ਜਾਂ ਵਿਆਹ ਹੋਵੇ ਉੱਥੇ ਹੀ ਸੱਦਦੇ ਆ ਆਪਾਂ ਉਹਨਾਂ ਨੂੰ? ਫਰਜ਼ ਉਹਨਾਂ ਦਾ ਕੀ ਬਣਦਾ ਸੀ? ਪੋਲੀਟੀਕਲ ਕਲਾਸ ਜਿਹੜੇ ਚੁਣੇ ਹੋਏ ਬੰਦੇ ਆ ਸਾਡੇ, ਉਹ ਧਰਨਿਆਂ 'ਚ ਮੋਰਚਿਆਂ 'ਚ ਬੈਠੇ ਹੋਣੇ ਚਾਹੀਦੇ ਸੀ ਸਾਡੇ ਨਾਲ ਜਦੋਂ ਸਾਡੇ ਤੇ ਵਕਤ ਪਿਆ। ਪਰ ਅੱਜ ਚੰਡੀਗੜ੍ਹ ਕੋਠੀਆਂ 'ਚ ਬੈਠੇ ਆ, ਹਜੇ ਤੱਕ ਕੋਈ ਨਹੀਂ ਖੜਾ। ਸੋ ਇਹ ਗੱਲਾਂ ਕੌਣ ਦੱਸੂਗਾ ਲੋਕਾਂ ਨੂੰ ਜਾ ਕੇ? ਅਸੀਂ ਚੇਂਜ ਕਿਵੇਂ ਲੈ ਕੇ ਆਵਾਂਗੇ? ਚੇਂਜ ਤਾਂ ਸਾਡੇ ਮਿੱਟੀ ਤੋਂ ਹੀ ਆਉਣੀ ਆ ਨਾ। ਉਹ ਮਿੱਟੀ ਨੇ ਹੀ ਲੋਕਾਂ ਨੂੰ ਝੰਜੋੜਨਾ, ਮਿੱਟੀ ਨੇ, ਵਿਰਸੇ ਨੇ ਹੀ ਲੋਕਾਂ ਨੂੰ ਦੱਸਣਾ ਵੀ ਨਹੀਂ ਅਸੀਂ ਬਹੁਤ ਸਹਿ ਲਿਆ। ਹੁਣ ਆਪਦੇ ਵਿਰਸੇ ਪ੍ਰਤੀ, ਆਪਦੇ ਫਲਸਫਿਆਂ ਪ੍ਰਤੀ ਇਮਾਨਦਾਰ ਹੋਣਾ ਪਊਗਾ। ਤੇ ਅਸਲ ਤੌਰ ਤੇ ਸੋਚੋ, ਜੇ ਬਚਣਾ ਤਾਂ ਸਾਨੂੰ ਆਮ ਤੌਰ ਤੇ ਪਿੰਡਾਂ 'ਚ ਕਿਹਾ ਜਾਂਦਾ ਵੀ ਯਾਰ 4 ਪੈਸੇ ਲਓ ਤੇ ਵੋਟਾਂ ਪਾ ਦਿਓ। ਇਹ ਤਾਂ ਯਾਰ ਜਮਾਂ ਸਭ ਤੋਂ ਵੱਡੀ ਕਰਪਟ ਕਰ ਰਹੀ ਹੈ ਸਾਨੂੰ ਗੱਲ ਜੀ। ਬਾਪੂ ਡਿਵਡਵਾ ਜੀ ਜਿਹੜੇ ਨੇ ਉਹ ਨੌਜਵਾਨਾਂ ਨੂੰ ਲੈ ਕੇ ਮੋਗੇ ਤੋਂ ਚੱਲੇ, ਨੌਜਵਾਨ ਸ਼ੰਭੂ ਬਾਰਡਰ ਤੋਂ ਪਿੱਛੇ ਨੂੰ ਮੁੜਿਆ ਹੈ, ਨਾਲ ਉਹਨਾਂ ਦੇ 100 ਜਣਾ ਵੀ ਨਹੀਂ ਉੱਥੇ ਪਹੁੰਚਿਆ, ਜਦ ਕਿ ਪਲਾਨ ਬਹੁਤ ਤਕੜਾ ਸੀ। ਹਾਂਜੀ, ਪਿਛਲੇ ਦਿਨਾਂ ਦੇ ਵਿੱਚ ਹੀ ਲੱਖਾ ਸਿਧਾਣਾ ਨੌਜਵਾਨਾਂ ਨੂੰ ਲੈ ਕੇ ਚੱਲਿਆ, ਦੇਖਣ ਨੂੰ ਮਿਲਿਆ ਇਕੱਠ ਬਹੁਤ ਜ਼ਿਆਦਾ ਸੀ, ਪਰ ਉੱਥੋਂ ਲੱਖੇ ਸਿਧਾਣੇ ਦੇ ਨਾਲ ਹੀ ਨੌਜਵਾਨ ਜਿਹੜੇ ਵਾਪਸ ਮੁੜਿਆ ਹੈ। ਕਾਰਨ ਕੀ ਨੇ? ਤੁਹਾਡੇ ਨਾਲ ਨੌਜਵਾਨ ਜਾਣਾ ਚਾਹਣਗੇ ਉੱਥੇ? ਬਾਈ ਜੀ, ਮੇਰੇ ਨਾਲ ਜਾਂ ਕਿਸੇ ਹੋਰ ਸ਼ਖਸੀਅਤ ਨਾਲ ਜਾਣ ਦੀ ਗੱਲ ਨਹੀਂ। ਜਦੋਂ ਇਹਨਾਂ ਦੀਆਂ ਰੂਹਾਂ ਨੂੰ ਉੱਥੇ ਸੱਟ ਵੱਜੂ ਨਾ, ਦੇਖੋ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਕੀ ਕੀਤਾ ਸੀ। ਜਿਹੜੇ ਮਾਡਰਨ ਐਜੂਕੇਸ਼ਨ ਆ ਉਹ ਤਾਂ ਕਾਨੂੰਨ ਬਣਾਉਂਦੀ ਆ, ਨਿਯਮ ਬਣਾਉਂਦੀ ਆ, ਤੇ ਤੁਹਾਨੂੰ ਸੰਬੋਧਨ ਕਿਵੇਂ ਕਰਦੀ ਆ ਉਹ ਦਿਖਾ ਕੇ ਵੀ ਆਹ ਜੇ ਕਾਨੂੰਨ ਤੋੜਿਆ ਤਾਂ ਤੁਹਾਨੂੰ ਸਜ਼ਾ ਮਿਲੂਗੀ, ਪਰ ਉਹ ਤੁਹਾਨੂੰ ਕਦੇ ਵੀ ਅੰਦਰੋਂ ਨਹੀਂ ਝੰਜੋੜਦੀ। ਸਾਡੇ ਗੁਰੂ ਸਾਹਿਬਾਨਾਂ ਨੇ ਅੰਦਰੋਂ ਝੰਜੋੜਿਆ ਸੀ ਸਾਨੂੰ, ਸਾਡੀਆਂ ਆਤਮਾਵਾਂ ਨੂੰ, ਸਾਡੇ ਮਨਾਂ ਨੂੰ ਸੰਬੋਧਨ ਕੀਤਾ ਸੀ। ਜਦੋਂ ਮੈਂ ਅੱਜ ਇਹੀ ਕਹਿਣਾ ਵੀ ਜਦੋਂ ਇਹ ਸੰਬੋਧਨ ਜਾਂ ਸਾਡੀ ਸੋਰਸ ਆਫ ਇਨਸਪੀਰੇਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੋਊਗੀ, ਫਿਰ ਕਿਸੇ ਨੂੰ ਲਿਜਾਣਾ ਨਹੀਂ ਪੈਣਾ ਤੁਹਾਨੂੰ, ਫਿਰ ਆਪੇ ਆਉਣਗੇ। ਫਿਰ ਤੁਸੀਂ, ਇਹ ਤਾਂ 200-300 ਕਿਲੋਮੀਟਰ ਦਾ ਸਫ਼ਰ ਹੈ ਨਾ, ਫਿਰ ਤਾਂ ਵੇਖਿਓ ਕਿੱਥੋਂ ਫਿਰ ਤਾਂ ਗਦਰੀ ਬਾਬੇ
ਅਮਰੀਕਾ ਤੋਂ ਚੱਲ ਕੇ ਆ ਕੇ ਲਹਿਰ 'ਚ ਸ਼ਾਮਲ ਹੋ ਜਾਂਦੇ ਆ, ਫਿਰ ਇਤਿਹਾਸ ਬਣਦੇ ਆ। ਪਰ ਉਹਦੀ ਸੋਰਸ ਆਫ ਇੰਸਪੀਰੇਸ਼ਨ ਕੀ ਆ, ਇਹ ਮੈਟਰ ਕਰਦੀ ਆ। ਤੁਸੀਂ ਲੱਖੇ ਸਿਧਾਣੇ ਬਾਰੇ ਅਕਸਰ ਕਹਿੰਦੇ ਹੋ ਭਰਾ ਆ ਵਾਪਸ ਮੇਰੇ ਨਾਲ, ਕੋਈ ਰਿਹਾਈ ਤੋਂ ਬਾਅਦ ਤੁਹਾਡੇ ਨਾਲ ਸੰਪਰਕ ਉਹਨਾਂ ਦਾ ਜਾਂ ਕੋਈ ਕੰਟੈਕਟ ਚ ਆਏ ਹੋ ਕਿ ਯਾਰ ਚੱਲੋ ਫੇਰ ਉਸੇ ਤਰ੍ਹਾਂ, ਕਿਉਂਕਿ ਇਹ ਗੱਲ ਤੇ ਇੱਕ ਸੱਚਾਈ ਆ ਨਾ, ਨੌਜਵਾਨ ਬੜੀ ਵੱਡੀ ਗਿਣਤੀ 'ਚ ਤੁਹਾਡੇ ਦੋਵਾਂ ਨਾਲ ਜੁੜਿਆ ਹੋਇਆ। ਹਾਂਜੀ, ਨਹੀਂ ਕੰਟੈਕਟ 'ਚ ਉਹਨਾਂ ਦੇ ਬੜੇ ਬੰਦਿਆਂ ਦੇ ਕਿਸੇ ਦੇ ਥਰੂ ਕੋਈ ਮੈਸੇਜ ਆਏ ਆ ਜੀ। ਮੇਰੇ ਨਾਲ ਜਿਹੜੀ ਸਿੱਧੀ ਗੱਲ ਨਹੀਂ ਹੋਈ ਤੇ ਮੈਨੂੰ ਹਜੇ ਪਤਾ ਵੀ ਨਹੀਂ ਉਹ ਵੀ ਕਿੱਥੇ ਆ। ਪਰ ਮੈਂ ਇੱਕ ਗੱਲ ਕਹਿਣਾ ਵੀ ਮੈਂ ਹਮੇਸ਼ਾ ਇਹ ਕਹਿਣਾ, ਸਾਨੂੰ ਹੁਣ ਇੱਕ ਦੂਜੇ ਦੇ ਨਾਲ ਲੈ ਕੇ ਸਾਨੂੰ ਚੱਲਣਾ ਪਊਗਾ। ਜੇ ਅੱਜ ਉਹਦੇ ਤੇ ਜਿਹੜੀ ਗੱਲ ਮੈਂ ਜਾ ਕੇ ਕੱਟਿਆ ਆ, ਹਜੇ ਉਹਨੇ ਫੇਸ ਕਰਨੀ ਆ, ਅਸੀਂ ਨਾਲ ਖੜਾਂਗੇ, ਚਾਹੇ ਕਾਨੂੰਨਨ ਤੌਰ ਤੇ, ਚਾਹੇ ਸਾਨੂੰ ਸਰੀਰ ਆਪਦੇ ਬੰਦੇ ਲੈ ਕੇ ਉੱਥੇ ਖੜਨਾ ਪਵੇ, ਅਸੀਂ ਨਾਲ ਖੜਾਂਗੇ। ਕਿਸੇ ਤੇ ਨਜਾਇਜ਼ ਪਰਚੇ, ਕੋਈ ਵੀ ਸਾਡਾ ਪੰਜਾਬ ਦਾ ਬੰਦਾ ਤਾਂ ਨਜਾਇਜ਼ ਕਿਸੇ ਪੁਲਿਸ ਧੱਕਾ ਕਰਦੀ ਹੈ, ਸਰਕਾਰ ਧੱਕਾ ਕਰਦੀ ਆ, ਉਹਦੇ ਖਿਲਾਫ ਅਸੀਂ ਆਵਾਜ਼ ਬੁਲੰਦ ਕਰਾਂਗੇ। ਬਾਈ ਜੀ, ਵੱਖ-ਵੱਖ ਪਿੰਡਾਂ 'ਚ ਤੁਸੀਂ ਜਾ ਰਹੇ ਹੋ ਤੇ ਹੋਰ ਵੀ ਜਿਹੜੇ ਨੌਜਵਾਨ ਨੇ ਜਾਂ ਜਸ ਬਾਜਵਾ ਦਾ ਕਲਾਕਾਰ ਜਿਹੜਾ ਭਾਈਚਾਰਾ ਸੀ ਉਹ ਵੀ ਜਾ ਰਿਹਾ, ਤੁਹਾਡਾ ਕੀ ਮਕਸਦ ਆ? ਤੁਸੀਂ ਵੱਖ-ਵੱਖ ਪਿੰਡਾਂ 'ਚ ਜਾ ਰਹੇ ਹੋ, ਕਿਸਾਨੀ ਸੰਘਰਸ਼ ਨੂੰ ਕਿਸ ਤਰੀਕੇ ਦੇ ਨਾਲ ਇਹਦੇ ਨਾਲ ਮਜ਼ਬੂਤੀ ਮਿਲੇਗੀ? ਬਾਈ ਜੀ, ਗੱਲ ਐ ਆ, ਸਾਰਿਆਂ ਦਾ ਮਕਸਦ ਤਾਂ ਇੱਕੋ ਹੀ ਆ ਨਾ, ਵੀ ਸਾਡੇ ਜਿਹੜੇ ਆ 3 ਕਾਨੂੰਨ ਆ, ਇਹਨਾਂ ਦੇ ਖਿਲਾਫ ਜਿਹੜੀ ਆਪਾਂ ਲੜਾਈ ਲੜ ਰਹੇ ਆ, ਮਕਸਦ ਉਹੀ ਆ। ਸਰਕਾਰ ਇਹਨਾਂ ਗੱਲਾਂ ਨੂੰ ਸਮਝੇ ਵੀ ਪੰਜਾਬ ਕਿਉਂ ਉੱਠਿਆ, ਸਾਡੇ ਲੋਕ ਕਿਉਂ ਕਹਿ ਰਹੇ ਆ ਅਸੀਂ ਆਪਦੀ ਹੋਂਦ ਨੂੰ ਬਚਾਉਣ ਤੁਰੇ ਆ। ਜੇ ਇਸ ਬਿਰਤਾਂਤ ਨੂੰ ਸਰਕਾਰ ਨਹੀਂ ਸਮਝੂਗੀ, ਫਿਰ ਟਕਰਾਅ ਤੇ ਤਣਾਅ ਪੈਦਾ ਹੋਊਗਾ। ਸੋ ਇਹ ਮਕਸਦ ਇਹੀ ਆ ਲੋਕਾਂ ਨੂੰ ਜਗਾਉਣ ਦਾ ਵੀ ਸੰਘਰਸ਼ ਚੱਲ ਰਿਹਾ ਤੇ ਸਾਨੂੰ ਉਸ ਸੰਘਰਸ਼ 'ਚ ਆਪਦੀ ਸ਼ਮੂਲੀਅਤ, ਅਸੀਂ ਆਪਦੇ ਆਪ ਨੂੰ ਉਸ ਸੰਘਰਸ਼ 'ਚ ਹਜੇ ਵੀ ਰੱਖੀਏ। ਪਿੰਡਾਂ 'ਚ ਬੈਠੇ ਹੋਏ ਚਾਹੇ ਆਵਾਜ਼ ਬੁਲੰਦ ਕਰੋ, ਚਾਹੇ ਉੱਥੇ ਜਾ ਕੇ ਤੁਸੀਂ ਨਾਲ ਬੈਠੋ, ਪਰ ਜਿੱਦਾਂ ਕੋਈ ਪ੍ਰੋਗਰਾਮ ਫੇਰ ਦਿੱਤਾ ਗਿਆ, ਫਿਰ ਆਪਾਂ ਉਵੇਂ ਹੀ ਉਨੀ ਹੌਸਲੇ ਨਾਲ ਤੇ ਉਨੀ ਹਿੰਮਤ ਨਾਲ ਖੜਨਾ, ਜਾ ਕੇ ਜਿਵੇਂ ਪਹਿਲਾਂ ਖੜਦੇ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਸਾਰੀ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਜਿਹੜੇ ਇਸ ਪਿੰਡ ਦੇ ਜਿਹੜੇ ਸਾਡੇ ਸਾਰੀਆਂ ਸ਼ਖਸੀਅਤਾਂ, ਰੂਹਾਂ ਸਾਡੇ ਬੰਦੇ ਆ, ਤੇ ਹੋਰ ਵੀ ਜਿਹੜੇ ਬਾਕੀ ਪਿੰਡਾਂ ਤੋਂ ਜਾਂ ਹੋਰ ਇਲਾਕਿਆਂ ਤੋਂ ਸੰਗਤ ਇੱਥੇ ਸਾਡੇ ਨਾਲ ਬੈਠੀ ਆ, ਇੱਥੇ ਸਾਡੇ ਗੱਲਬਾਤ ਕਰ ਰਹੇ ਹਾਂ ਆਪਾਂ, ਪਹਿਲਾਂ ਤਾਂ ਉਹਨਾਂ ਸਾਰਿਆਂ ਦਾ ਧੰਨਵਾਦ। ਪਰ ਪਿੰਡ ਵਾਲਿਆਂ ਦਾ ਖਾਸ ਕਰਕੇ ਧੰਨਵਾਦ, ਕਿਉਂਕਿ ਜਦੋਂ ਸਾਰੀ ਖਲਕਤ ਹੀ ਉਲਟ ਭੁਗਤ ਗਈ ਸੀ ਤੇ ਜਿਹੜਾ ਤੁਸੀਂ ਉੱਠ ਕੇ ਆਪਦੀ ਆਵਾਜ਼ ਬੁਲੰਦ ਕੀਤੀ, ਤੇ ਸਿਰਫ ਇਸ ਕਰਕੇ ਨਹੀਂ ਵੀ ਮੈਂ ਚਲੋ ਇੱਥੇ ਜੰਮਿਆ ਤੇ ਮੇਰਾ ਪਿੰਡ ਆ, ਕਿਉਂਕਿ ਕੋਈ ਵੀ ਇਨਸਾਨ ਆ, ਕੋਈ ਵੀ ਆਪਣਾ ਵਿਅਕਤੀ ਆ, ਉਹਦੇ ਪਿੰਡ ਤੋਂ ਬਿਨਾਂ ਉਹਦੀ ਕੋਈ ਪਛਾਣ ਨਹੀਂ ਹੁੰਦੀ। ਇਹ ਸਾਡਾ ਸੱਭਿਆਚਾਰ ਆ, ਇਸੇ ਸੱਭਿਆਚਾਰ ਦੀ ਲੜਾਈ ਆਪਾਂ ਲੜ ਰਹੇ ਹਾਂ। ਜਦੋਂ ਆਪਾਂ ਕਹਿੰਦੇ ਆ ਵੀ ਅਸੀਂ ਆਪਦੀ ਹੋਂਦ ਦੀ ਲੜਾਈ ਲੜ ਰਹੇ ਹਾਂ, ਕਿਸਾਨੀ ਦੇ ਜਿਹੜੇ ਇਹ ਨਵੇਂ ਬਿੱਲ ਸਰਕਾਰ ਨੇ ਬਣਾਏ ਆ, ਕਾਲੇ ਕਾਨੂੰਨ, ਇਹਨਾਂ ਦੇ ਖਿਲਾਫ ਆਪਦੀ ਹੋਂਦ ਦੀ ਲੜਾਈ ਲੜ ਰਹੇ ਹਾਂ। ਆਹੀ ਪਛਾਣ ਆ ਬਸ, ਆਪਦੇ ਪਿੰਡ ਤੋਂ ਬਿਨਾਂ ਕੋਈ ਪਛਾਣ ਨਹੀਂ। ਤੇ ਜੇ ਸਾਡੀ ਪਛਾਣ ਹੀ ਖੁਰ ਗਈ ਤੇ ਸਾਡੇ ਪਿੰਡ ਹੀ ਉੱਜੜ ਗਏ। ਤੁਸੀਂ ਵੇਖੋ, ਜੇ ਸਾਡੇ ਪਿੰਡ ਉੱਜੜ ਗਏ, ਸਾਡੇ ਪੱਲੇ ਕੀ ਰਹਿ ਗਿਆ? ਪਿੱਛੇ ਤਾਂ ਕੋਈ ਹੈ ਹੀ ਨਹੀਂ ਨਾ। ਫਿਰ ਤਾਂ ਜਿਵੇਂ ਦਰਖਤ ਤੋਂ ਡਿੱਗਿਆ ਕੋਈ ਪੱਤਾ ਤੇ ਹਵਾ ਦੇ ਵਹਿਣ ਨਾਲ ਉਹਨੇ ਕਿਹੜੇ ਪਾਸੇ ਕਿੱਥੇ ਜਾ ਕੇ ਡਿੱਗਣਾ, ਉਹ ਪਤਾ ਨਹੀਂ। ਇਹੀ ਵਿਰਸਾ, ਇਹੀ ਸੱਭਿਆਚਾਰ ਤੇ ਇਹੀ ਪਿੰਡ ਦੀ ਪਛਾਣ ਹੁੰਦੀ ਹੈ, ਕਿਉਂਕਿ ਪਿੰਡ ਇੱਕ ਇਹੋ ਜਿਹਾ ਸਾਡੇ ਮਾਨਸਿਕਤਾ ਤੇ ਕੁੰਡਾ ਪਾਈ ਰੱਖਦਾ ਵੀ ਨਹੀਂ ਯਾਰ, ਸਾਡੇ ਪਿੰਡ ਵਾਲੇ ਕੀ ਕਹਿਣਗੇ, ਸਾਡਾ ਪਰਿਵਾਰ ਕੀ ਕਹੂਗਾ, ਸਾਡੀ ਪੰਚਾਇਤ ਕੀ ਕਹੂਗੀ। ਇਸੇ ਕਰਕੇ ਆਪਾਂ ਕਿਸੇ ਗਲਤ ਰਾਹ ਨੂੰ ਨਹੀਂ ਚੁਣਦੇ। ਇਸੇ ਕਰਕੇ ਹਮੇਸ਼ਾ ਕੋਸ਼ਿਸ਼ ਇਹੀ ਕੀਤੀ ਜਾਂਦੀ ਹੈ ਵੀ ਸਹੀ ਰਾਹਾਂ ਤੇ ਰਹੀਏ, ਸੱਚੇ ਰਹੀਏ ਤੇ ਆਪਦੇ ਅੰਦਰ ਸੱਚ ਰੱਖ ਕੇ ਚੱਲੀਏ। ਹੁਣ ਕਿਸਾਨੀ ਸੰਘਰਸ਼ ਦੀ ਗੱਲ ਕਰਦੇ ਆ, ਕਿਉਂਕਿ ਆਪਣਾ ਜਿਹੜਾ ਵਿਸ਼ਾ ਉਹਦੇ ਕਰਕੇ ਅੱਜ ਵੀ ਬੈਠੇ ਆ। ਅੱਜ ਵੀ ਸਾਡਾ ਸੰਘਰਸ਼ ਉੱਥੇ ਹੀ ਖੜਾ ਜਿੱਥੇ ਮੈਂ ਜੇਲ੍ਹ ਤੋਂ ਜਾਣ ਤੋਂ ਪਹਿਲਾਂ ਛੱਡ ਕੇ ਗਿਆ ਸੀ। 26 ਜਨਵਰੀ ਦੀ ਆਪਾਂ ਜੇ ਗੱਲ ਕਰਾਂਗੇ, ਕਿਸਾਨੀ ਸੰਘਰਸ਼ ਸਾਡਾ ਸਾਂਝਾ ਸੰਘਰਸ਼ ਹੈ, ਔਰ ਇੱਥੇ ਕਈ ਤਰ੍ਹਾਂ ਦੀਆਂ ਜਥੇਬੰਦੀਆਂ, ਉਹਨਾਂ ਦੀ ਮਾਨਸਿਕਤਾ ਜਾਂ ਉਹਨਾਂ ਦੀ ਜਿਹੜੀ ਸੋਚ ਆ ਉਹ ਵੀ ਵੱਖਰੀ ਹੋ ਸਕਦੀ ਹੈ, ਪਰ ਅਸੀਂ ਸਾਂਝੇ ਤੌਰ ਤੇ ਉਹ ਸੰਘਰਸ਼ ਲੜਿਆ। ਪਿਛਲੇ 5-6 ਮਹੀਨਿਆਂ ਤੋਂ ਲੜਦੇ ਆ ਰਹੇ ਹਾਂ ਤੇ ਅਸੀਂ ਲੜਦੇ ਰਹੇ। ਇਸ 'ਚ ਜਿਹੜੇ ਕਈ ਵਾਰੀ ਕੀ ਹੁੰਦਾ, ਕਿਸਾਨ ਆਗੂ ਆ, ਮੈਂ ਉਹਨਾਂ ਨੂੰ ਹਮੇਸ਼ਾ ਕਹਿੰਦਾ ਸਾਡੇ ਬਜ਼ੁਰਗ ਆ, ਸਾਡੇ ਹੀ ਆ ਉਹ, ਤੇ ਉਹਨਾਂ ਦੀ ਇੱਜ਼ਤ ਕਰਦੇ ਆ ਅਸੀਂ, ਐਸੀ ਕੋਈ ਗੱਲ ਨਹੀਂ। ਪਰ ਗੱਲ ਕਿੱਥੇ ਆ ਕੇ ਭਿੜ ਗਈ? ਗੱਲ ਇੱਥੇ ਭਿੜ ਗਈ
ਵੀ ਜਦੋਂ ਉਹ ਇੰਨੀ ਤੰਗ ਨਜ਼ਰੀ ਨਾਲ ਸੰਘਰਸ਼ ਨੂੰ ਦੇਖਣ ਲੱਗੇ ਵੀ ਇਹ ਤਾਂ ਕਿਸਾਨੀ ਦੀ ਗੱਲ ਆ, ਇੱਥੇ ਤਾਂ ਸਿਰਫ ਕਿਸਾਨੀ ਦੀ ਗੱਲ ਕਰੋ, ਹੋਰ ਕੋਈ ਗੱਲ ਹੀ ਨਾ ਕਰੋ। ਇੱਥੇ ਤੁਹਾਡੇ ਵਿਰਸੇ ਦੀ ਗੱਲ ਨਹੀਂ ਹੋਣੀ ਚਾਹੀਦੀ, ਇੱਥੇ ਤੁਹਾਡੇ ਸੱਭਿਆਚਾਰ ਦੀ ਗੱਲ ਨਹੀਂ ਹੋਣੀ ਚਾਹੀਦੀ, ਇੱਥੇ ਤੁਹਾਨੂੰ ਉਹਨਾਂ ਫਲਸਫਿਆਂ ਦੀ ਗੱਲ ਨਾ ਕਰੋ ਜਿਹੜਾ ਸਾਡੇ ਗੁਰੂਆਂ ਨੇ, ਸਾਡੇ ਪੈਗੰਬਰਾਂ ਨੇ ਸਾਨੂੰ ਦਿੱਤਾ ਸੀ ਨਾ। ਆਹ ਤੰਗ ਨਜ਼ਰੀ ਆ ਜਿਹੜੀ, ਇਹ ਤੰਗ ਕਰਦੀ ਆ। ਇਹ ਤੰਗ ਕਿਵੇਂ ਕਰਦੀ ਆ ਆਪਾਂ ਸਮਝੀਏ। 26 ਜਨਵਰੀ ਨੂੰ ਜਦੋਂ ਅਸੀਂ ਦਿੱਲੀ ਗਏ ਪੰਜਾਬ ਤੋਂ ਤੁਰ ਕੇ, ਤੇ 26 ਜਨਵਰੀ ਤੋਂ ਬਾਅਦ ਪੰਜਾਬ ਹੀ ਉੱਠ ਖੜਾ। ਆਪਾਂ ਇਕੱਲੇ ਪੰਜਾਬ ਦੀ ਗੱਲ ਕਰਦੇ ਹਾਂ, ਹਰਿਆਣੇ ਵਾਲੇ ਹਜੇ ਟਾਵੇਂ ਉੱਠੇ ਸੀ। ਉਹ ਸਿੰਘੂ ਤੇ ਜਾ ਕੇ ਜੇ ਤੁਸੀਂ ਦੇਖੋ, ਜਦੋਂ ਅਸੀਂ ਬੈਠੇ ਇੱਧਰੋਂ ਟਿੱਕਰੀ ਬਾਰਡਰ ਤੇ ਬੈਠੇ ਤਾਂ ਪੰਜਾਬ ਉੱਥੇ ਅਰਦਾਸਾਂ ਹੋ ਰਹੀਆਂ ਸੀ, ਉੱਥੇ ਨਾਅਰੇ ਲੱਗ ਰਹੇ ਸੀ ਤੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਉੱਥੇ ਜਕਾਰੇ ਲੱਗ ਰਹੇ ਸੀ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਤੇ ਸਿੰਘੂ ਤੇ ਜਾ ਕੇ ਮੋਰਚੇ ਕੱਢਦੇ, ਸਾਰਾ ਪੰਜਾਬ ਉੱਠ ਖੜਾ। ਉਹਦਾ ਮਤਲਬ ਕੀ ਸੀ? 26 ਜਨਵਰੀ ਤੋਂ 26 ਨਵੰਬਰ ਤੋਂ ਪਹਿਲਾਂ ਜਿਹੜਾ ਸੰਘਰਸ਼, ਜਿਹੜਾ ਵਹਿਣ ਵਹਿ ਰਿਹਾ ਸੀ, ਉੱਥੇ ਮੋਸਟਲੀ ਕਿਸਾਨ ਜਾਂ ਪਿੰਡਾਂ ਦੇ ਆਪਣੇ ਲੋਕ ਸੀ। ਪਰ 26 ਨਵੰਬਰ ਤੋਂ ਬਾਅਦ ਜਿੱਦੇ ਦਿੱਲੀ ਗਏ ਆ, ਮੈਂ ਹੋ ਸਕਦਾ ਪਹਿਲਾਂ 26 ਜਨਵਰੀ ਕਹਿੰਦਾ ਹੋਵੇ, 26 ਨਵੰਬਰ ਜਿੱਦੇ ਅਸੀਂ ਸਿੰਘੂ ਜਾ ਕੇ ਮੋਰਚਾ ਆਪਦਾ ਲਾਇਆ, ਉਦੋਂ ਤੁਸੀਂ ਵੇਖੋ ਸਾਡੇ ਟੀਚਰ ਕੀ, ਸਾਡੇ ਵਕੀਲ ਕੀ, ਸਾਡੇ ਡਾਕਟਰ ਕੀ, ਸਾਡੇ ਸ਼ਹਿਰ 'ਚ ਰਹਿਣ ਵਾਲੇ ਪਰਿਵਾਰ ਕੀ, ਸਾਡੇ ਪਿੰਡਾਂ ਦੇ ਪਰਿਵਾਰ ਕੀ, ਜਿਨ੍ਹਾਂ ਕੋਲੇ ਮੈਨੂੰ ਲੱਗਦਾ ਇੱਕ ਕਨਾਲ ਵੀ ਚਾਹੇ ਜ਼ਮੀਨ ਨਾ ਹੋਵੇ, ਉਹ ਵੀ ਬੰਦੇ ਉੱਥੇ ਬੈਠੇ ਸੀ। ਕਿਉਂ? ਕਿਉਂਕਿ ਪੰਜਾਬ ਦਾ ਵਿਰਸਾ ਜਾਗ ਪਿਆ ਸੀ। ਇਹ ਸਾਨੂੰ ਪਤਾ ਹੀ ਨਹੀਂ ਹੁੰਦਾ। ਅੱਜ ਤੱਕ ਸਾਡੇ ਲੋਕਾਂ ਨੂੰ ਨਹੀਂ ਇਸ ਗੱਲ ਦੀ ਸਮਝ ਆਈ, ਸਾਡਾ ਵਿਰਸਾ ਜਾਗ ਪਿਆ ਸੀ। ਬੰਬੇ ਛੱਡ ਕੇ ਮੈਂ ਇੱਥੇ ਕੀ ਲੈਣ ਆਇਆ, ਉਹੀ ਵਿਰਸਾ ਜਾਗਿਆ। ਤੇ ਜਦੋਂ ਵਿਰਸਾ ਜਾਗਦਾ ਨਾ, ਉਹ ਅਵਚੇਤਨ ਮਨ 'ਚ ਪਈ ਹੁੰਦੀ ਆ ਗੱਲ, ਕਿਤੇ ਉਹਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਅਵਚੇਤਨ ਮਨ ਨੂੰ ਉਹੀ ਸਮਝਦਾ ਜਿਹੜਾ ਗੁਰੂ ਦੇ ਲੜ ਲੱਗ ਕੇ ਅਰਦਾਸ ਕਰੂਗਾ, ਜਿਹੜਾ ਗੁਰੂ ਨੂੰ ਸਮਝੂਗਾ ਜਾਂ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਕਲਾ ਨੂੰ ਸਮਝੂਗਾ। ਚੇਤਨ ਮਨ 'ਚੋਂ ਤਾਂ ਵਿਆਖਿਆ ਦਿੱਤੀ ਜਾ ਸਕਦੀ ਆ ਵੀ ਆਹ ਵੇਖੋ ਆਹ ਗੱਲਾਂ ਫਲਾਨੀ ਐਂ ਹੋ ਗਈ, ਤੇ ਉਹਦੀ ਵਿਆਖਿਆ ਦਿੱਤੀ ਜਾ ਸਕਦੀ ਆ। ਅਵਚੇਤਨ ਮਨ ਦੀ ਕੋਈ ਵਿਆਖਿਆ ਨਹੀਂ ਹੁੰਦੀ। ਹੁਣ ਜੇ ਇਹਦੀ ਕੋਈ ਮਰਜ਼ੀ ਵਿਆਖਿਆ ਦੇਈ ਜਾਵੇ, ਪਰ ਸਾਡਾ ਵਿਰਸਾ ਜਾਗਿਆ ਤਾਂ ਸਾਰਾ ਪੰਜਾਬ ਉੱਥੇ। ਤੁਸੀਂ ਵੇਖੋ ਕਿਵੇਂ ਲੰਗਰ ਲੱਗੇ ਆ, ਕਿਵੇਂ ਪਹਿਰੇ ਲੱਗਦੇ ਸੀ, ਕਿਵੇਂ ਅਸੀਂ ਇੱਕ ਦੂਜੇ ਨਾਲ ਕਿੱਡੀ ਸਾਡਾ ਭਾਈਚਾਰਾ, ਪ੍ਰੇਮ, ਸਹਿਮਤੀ, ਕੋਈ ਉੱਥੇ ਇੱਕ ਦੂਜੇ ਨਾਲ ਉਹ ਜੇ ਕੋਈ ਆਪਸ 'ਚ ਲੰਘਦੇ ਕਿਤੇ ਮੋਢੇ ਵੀ ਭਿੜ ਜਾਂਦੇ ਸੀ। ਹੋ ਸਕਦਾ ਪਿੰਡਾਂ 'ਚ ਅਸੀਂ ਲੜ ਪਈਏ, ਪਰ ਉੱਥੇ ਬਾਈ ਸੌਰੀ ਆ, ਬਾਈ ਗਲਤੀ ਹੋ ਗਈ ਆ। ਆਹ ਕਿੱਥੋਂ ਆਈਆਂ ਗੱਲਾਂ ਸਾਰੀਆਂ ਇਹ? ਕਿੱਥੋਂ ਉਹਨਾਂ ਗੁਰੂਆਂ ਦੇ ਉਹਨਾਂ ਦੇ ਫਲਸਫੇ? ਫੇਰ ਸਰਬੱਤ ਦਾ ਭਲਾ, ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ। ਫੇਰ ਧਰਮ ਬਿਨਾ ਨਾ ਰਾਜ ਚਲੇ ਹੈ, ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਕਿੱਥੋਂ ਆਈਆਂ ਇਹ ਗੱਲਾਂ? ਫੇਰ ਗੱਲਾਂ ਕਿੱਥੋਂ ਆਈਆਂ? ਮੈਂ ਕਿੱਥੋਂ ਸਿੱਖ ਲਈਆਂ ਵੀ ਜਾਤ ਗੋਤ ਸਿੰਘਣ ਕੀ ਦੰਗਾ ਹੀ ਸਤਿਗੁਰ ਤੇ ਮੰਗਾ। ਕਿੱਥੋਂ ਸਿੱਖੀਆਂ ਇਹ ਗੱਲਾਂ? ਇਹ ਉਸ ਵਿਰਸੇ 'ਚੋਂ ਹੀ ਆਈਆਂ, ਉਹਨਾਂ ਫਲਸਫਿਆਂ 'ਚੋਂ ਹੀ ਆਈਆਂ ਜਿਹੜੇ ਫਲਸਫੇ ਸਾਨੂੰ ਸਾਡੇ ਰਹਿਬਰ, ਸਾਡੇ ਗੁਰੂ ਸਾਹਿਬਾਨ ਦੇ ਕੇ ਗਏ ਸੀ। ਇਸੇ ਕਰਕੇ ਇਹ ਜਿਹੜੀ ਗੱਲ ਆ ਨਾ ਅਵਚੇਤਨ ਮਨ ਦੀ, ਇਹ ਕਿਸਾਨ ਆਗੂਆਂ ਦੇ ਸਾਡੇ ਸਮਝ 'ਚ ਆਈ ਨਹੀਂ, ਅੱਜ ਤੱਕ ਵੀ ਨਹੀਂ ਆਈ। ਜਦੋਂ ਮੈਂ ਅਨੰਦਪੁਰ ਸਾਹਿਬ ਜਾ ਕੇ ਮੱਥਾ ਟੇਕ ਕੇ ਆਇਆ, ਜਿਹੜੇ ਨੂੰ ਸ਼ੱਕ ਆ ਵੀ ਕਿਲੇ 'ਚ ਜਾ ਕੇ ਨਿਸ਼ਾਨ ਸਾਹਿਬ ਨਹੀਂ ਲੱਗਣਾ ਚਾਹੀਦਾ ਸੀ, ਔਰ ਉੱਥੇ ਦੀਪ ਸਿੱਧੂ ਨੇ ਕੁਝ ਨਹੀਂ ਕੀਤਾ। ਉੱਥੇ ਸਾਡੀ ਸੰਗਤ ਰੂਪੀ ਇੱਕ ਜਿਹੜੀ ਗੁਰੂ ਸਾਹਿਬ ਦੀ ਬਖਸ਼ੀ ਹੋਈ ਇੱਕ ਸੰਗਤ ਰੂਪੀ ਰੂਪ ਆ, ਉਸ ਫੋਰਸ ਨੇ ਕੰਮ ਕੀਤਾ। ਤੇ ਤੁਸੀਂ ਅਨੰਦਪੁਰ ਸਾਹਿਬ ਜਾ ਕੇ ਇੱਕ ਵਾਰੀ ਨਤਮਸਤਕ ਹੋ ਕੇ ਇਹ ਗੱਲ ਕਹਿ ਦਿਓ ਵੀ ਨਿਸ਼ਾਨ ਸਾਹਿਬ ਤੋਂ ਅਸੀਂ ਮੁੜ ਕੇ ਤੇ ਇਹ ਗਲਤ ਗੱਲ ਹੋਈ ਹੈ। ਇੱਕ ਖਾਲੀ ਪੋਲ ਤੇ ਜਮਾਂ ਪੀਸਫੁਲੀ ਜਾ ਕੇ ਸਾਡੇ ਬੰਦੇ ਉੱਥੇ ਜਾ ਕੇ ਨਿਸ਼ਾਨ ਸਾਹਿਬ ਲਾ ਦਿੰਦੇ ਆ, ਨਾਲ ਕਿਸਾਨੀ ਦਾ ਝੰਡਾ ਲਾਉਂਦੇ ਆ, ਪਿੱਛੇ ਤਿਰੰਗਾ ਲੱਗਿਆ, ਪਰ ਕਿਵੇਂ ਸਾਡੇ ਆਗੂ ਮੁਣਕਰ ਹੋਏ। ਜੇ ਕਿਤੇ ਉੱਤੇ ਖੜ ਜਾਂਦੇ, ਇੰਨੀ ਗੱਲ ਹੀ ਕਹਿਣੀ ਸੀ ਵੀ ਸਾਡੇ ਬੰਦੇ ਆ ਉਹ, ਚਲੋ ਨਾ ਆ ਕੇ ਬੈਠੋ ਤੁਸੀਂ ਉੱਥੇ ਕਿਲੇ 'ਚ, ਇੰਨੀ ਗੱਲ ਹੀ ਕਹਿਣੀ ਸੀ। ਤੁਸੀਂ ਲੋਕਾਂ 'ਚ ਉਤਸ਼ਾਹ ਦੇਖੇ, ਹੋਰ ਕਰੋੜਾਂ ਬੰਦਿਆਂ ਨੇ ਜਾ ਕੇ ਉੱਥੇ ਬਹਿ ਜਾਣਾ ਸੀ। ਸਰਕਾਰਾਂ ਨੂੰ ਪਤਾ ਲੱਗ ਜਾਣਾ ਸੀ ਵੀ ਇਹ ਕੌਮ ਕੁਝ ਵੀ ਕਰ ਸਕਦੀ ਆ, ਇਹ ਉਸ ਬਾਜਾਂ ਵਾਲਿਆਂ ਦੀ ਸਾਜੀ ਹੋਈ ਕੌਮ ਆ। ਆਪਾਂ ਤਾਂ ਪੈਰਾਂ ਅੱਗੇ ਵੀ ਨਹੀਂ, ਜਿਹੜੇ ਉਹ ਬੰਦੇ ਉੱਥੇ ਜਾ ਕੇ ਜਿੱਦੇ ਖੜੇ ਆ ਨਾਲ ਕਿਲੇ 'ਚ, ਉਹਨਾਂ ਦੇ ਮੈਂ ਤਾਂ ਭੱਜ ਕੇ ਨਾਲ ਰਲਿਆ। ਪਰ ਸਾਨੂੰ ਕੀ ਪਤਾ ਸਾਡੀ ਮਾਨਸਿਕਤਾ 'ਚ ਗੁਲਾਮੀ ਆ, ਸਾਡੇ ਖਿੱਤੇ 'ਚ ਗੁਲਾਮੀ ਆ, ਤੇ ਸਾਡੇ ਕੋਲੇ ਕੋਈ ਲੀਡਰ ਹੀ ਨਹੀਂ ਹੈ, ਕੌਮ ਦਾ ਕੋਈ ਲੀਡਰ ਹੀ ਨਹੀਂ ਹੈ। ਤੁਸੀਂ ਮੈਨੂੰ ਗਿਣਾ ਦਿਓ ਜਿਹੜਾ ਚਿਹਰਾ ਕੋਈ ਕੌਮ ਦਾ ਲੀਡਰ ਹੋਵੇ ਸਾਡੇ ਕੋਲੇ। ਤੇ ਮੈਂ ਤਾਂ ਆਹ ਪਿੰਡਾਂ ਵਾਲਾ ਬੰਦਾ ਹੀ ਹਾਂ, ਇੱਥੋਂ ਹੀ ਗਿਆ, ਮੇਰੇ
ਪਿੰਡ ਅੰਦਰੋਂ ਨਿਕਲ ਹੀ ਨਹੀਂ ਸਕਦਾ, ਚਾਹੇ ਬੰਬੇ ਬੈਠੇ ਹੋਈਏ ਫਿਰ ਵੀ ਉਹਦੇ ਕਰਨ ਨਾਲ ਹੀ ਜੁੜੇ ਹੁੰਦੇ ਆ। ਪਰ ਤੁਸੀਂ ਤੌਹਮਤਾਂ ਲਾਉਣੀਆਂ, ਤੁਸੀਂ ਗਦਾਰੀਆਂ ਦੇ ਸਰਟੀਫਿਕੇਟ ਦੇ ਦੇਣੇ। ਹੁਣ ਵੇਖੋ ਸਾਡੀ ਮਾਨਸਿਕਤਾ ਕਿੱਥੇ ਚਲੀ ਗਈ ਔਰ ਸਾਡੀ ਸੋਚ ਕਿੱਥੇ ਚਲੀ ਗਈ। ਜੇ ਅਸੀਂ ਆਪਦੇ ਨਿਸ਼ਾਨ ਸਾਹਿਬ ਤੋਂ ਮੁਨਕਰ ਹੋਈ ਜਾਂਦੇ ਹਾਂ ਬਾਈ, ਜੇ ਨਿਸ਼ਾਨ ਸਾਹਿਬ ਦੀ ਅਜ਼ਮਤ ਜਾਂ ਉਹਦੀ ਜਿਹੜੀ ਨਿਸ਼ਾਨ ਸਾਹਿਬ ਦਾ ਇੱਕ ਰੁਤਬਾ ਉਹਨੂੰ ਬਚਾਉਣ ਖਾਤਰ ਤਾਂ ਅਸੀਂ ਆਪਣੀਆਂ ਜ਼ਮੀਨਾਂ ਵੀ ਕੁਰਬਾਨ ਕਰ ਦਾਂਗੇ, ਫਿਰ ਸਾਨੂੰ ਜ਼ਮੀਨਾਂ ਨਹੀਂ ਚਾਹੀਦੀਆਂ। ਉਸ ਨਿਸ਼ਾਨ ਸਾਹਿਬ ਦੀ ਅਗਵਾਈ 'ਚ ਹੀ ਸਾਨੂੰ ਜ਼ਮੀਨਾਂ ਮਿਲੀਆਂ ਸੀ। ਜੇ ਅਸੀਂ ਉਸ ਇਤਿਹਾਸ ਨੂੰ ਭੁੱਲ ਜਾਵਾਂਗੇ ਫਿਰ ਸਾਡੇ ਪੱਲੇ ਕੀ ਰਹਿ ਗਿਆ? ਫਿਰ ਇਤਿਹਾਸ ਦੇ ਨਾਲ ਹੀ ਪਿੰਡ ਜੁੜੇ ਹੁੰਦੇ ਆ, ਪਿੰਡਾਂ ਦੀਆਂ ਸਾਡੀਆਂ ਜੂਹਾਂ ਜੁੜੀਆਂ ਹੁੰਦੀਆਂ, ਇੱਥੋਂ ਦੀ ਮਿੱਟੀ ਜੁੜੀ ਹੁੰਦੀ ਆ। ਸੋ ਸੈਂਸ ਆਫ ਹਿਸਟਰੀ ਜਿਹਨੂੰ ਕਹਿੰਦੇ ਅੰਗਰੇਜ਼ੀ 'ਚ, ਇਤਿਹਾਸ ਨੂੰ ਆਪਦੇ ਅੰਦਰੋਂ ਅਸੀਂ ਗਵਾ ਲਾਂਗੇ ਫਿਰ ਸਾਡੇ ਪੱਲੇ ਕੁਛ ਨਹੀਂ। ਸੋ ਅੱਜ ਵੀ ਮੈਂ ਕਹਿ ਰਿਹਾ, ਉਹ ਬਜ਼ੁਰਗ ਸਾਡੇ ਆਗੂ ਆ, ਸੰਘਰਸ਼ ਸਾਡਾ ਹੀ ਆ, ਉਹਨਾਂ ਦੀ ਅਗਵਾਈ 'ਚ ਹੀ ਲੜਾਂਗੇ। ਪਰ ਕਿਤੇ ਨਾ ਕਿਤੇ ਸਾਨੂੰ ਇੱਕ ਤਹਿਜ਼ੀਬ ਸਿੱਖਣੀ ਪਊਗੀ, ਆਪਸ 'ਚ ਰਲ ਮਿਲ ਕੇ ਬਹਿ ਕੇ ਗੱਲਾਂ ਕਿਵੇਂ ਸਿਰ ਜੋੜ ਕੇ ਕਰਦੇ ਆ, ਕਿਵੇਂ ਵਿਚਾਰ ਹੁੰਦੇ ਆ, ਵਿਵਾਦ ਨਹੀਂ ਹੁੰਦੇ, ਉਹ ਸਿੱਖਣਾ ਪਊਗਾ। ਜੇ ਹਜੇ ਵੀ ਨਾ ਸਿੱਖੇ ਫਿਰ ਮੈਨੂੰ ਐਂ ਲੱਗਦਾ ਵੀ ਐਡੇ ਵੱਡੇ ਇਤਿਹਾਸਕ ਉਭਾਰ ਤੋਂ ਬਾਅਦ ਤੁਸੀਂ ਵੇਖੋ ਜਦੋਂ ਪੰਜਾਬ 'ਚ ਉਭਾਰ ਆਏ ਆ, ਚਾਹੇ ਰਾਜੋਆਲ ਸਾਹਿਬ ਦੀ ਫਾਂਸੀ ਵੇਲੇ ਹੋਵੇ, ਚਾਹੇ ਉਹ ਸਰਸੇ ਵਾਲੇ ਸਾਧ ਵੇਲੇ ਹੋਵੇ, ਜਦੋਂ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਨੰਗੀਆਂ ਤਲਵਾਰਾਂ ਲੈ ਕੇ ਤੁਰ ਪਏ ਸੀ, ਉਧਰ ਨੂੰ ਵੀ ਉਹਦਾ ਅਸੀਂ ਗਾਟਾ ਲਾ ਕੇ ਲਿਆਵਾਂਗੇ, ਚਾਹੇ ਬਰਗਾੜੀ ਵੇਲੇ ਹੋਵੇ, ਸਰਬੱਤ ਖਾਲਸਾ ਵੇਲੇ ਹੋਵੇ, ਲੋਕ ਕਦੇ ਪਿੱਛੇ ਹਟੇ? ਕਦੇ ਨਹੀਂ ਹਟੇ। ਲੀਡਰਸ਼ਿਪ ਸਾਡੀਆਂ ਆਸਾਂ ਤੇ ਉਤਰ ਹੀ ਨਹੀਂ ਸਕੀ ਪੂਰੀ, ਤੇ ਅੱਜ ਅਸੀਂ ਉਹਨਾਂ ਸਾਰੇ ਵਰਤਾਰਿਆਂ ਤੋਂ ਸਿੱਖ ਕੇ ਜੇ ਲੀਡਰਸ਼ਿਪ ਨੂੰ ਸਵਾਲ ਕਰਦੇ ਹੋ, ਜਿਹੜਾ ਸਵਾਲ ਕਰਦਾ ਉਹਨੂੰ ਕਹਿੰਦੇ ਆ ਇਹ ਤਾਂ ਸਰਕਾਰ ਦਾ ਬੰਦਾ, ਇਹਦਾ ਵੇਖੋ ਸੰਘਰਸ਼ ਨੂੰ ਕਮਜ਼ੋਰ ਕਰ ਰਿਹਾ। ਯਾਰ ਏਡੀ ਕਿੱਡੀ ਗੱਲ, ਫਿਰ ਤਾਂ ਸਰਕਾਰ ਸਾਨੂੰ ਬੋਲਣ ਨਹੀਂ ਦਿੰਦੀ, ਇੱਕ ਪਾਸੇ ਤੁਸੀਂ ਨਹੀਂ ਬੋਲਣ ਦਿੰਦੇ, ਫਿਰ ਫਰਕ ਕੀ ਰਹਿ ਗਿਆ? ਸੋ ਤੁਸੀਂ ਤੌਹਮਤਾਂ ਲਾਉਣੀਆਂ ਬਹੁਤ ਸੌਖੀਆਂ ਹੁੰਦੀਆਂ, ਪਰ ਮੇਰੇ ਖਿਆਲ 'ਚ ਸਾਨੂੰ ਹੁਣ ਇਹਨਾਂ ਤੌਹਮਤਾਂ ਤੋਂ ਉੱਪਰ ਉੱਠ ਕੇ ਆਪਸ 'ਚ ਸਿਰ ਜੋੜ ਕੇ ਬਹਿ ਕੇ ਵਿਚਾਰ ਕਰਕੇ ਰਣਨੀਤੀ ਘੜਨੀ, ਇਹੀ ਮਕਸਦ ਆ ਪਿੰਡਾਂ 'ਚ ਜਾਣ ਦਾ ਮੇਰਾ, ਹੋਰ ਕੋਈ ਮਕਸਦ ਨਹੀਂ। ਨਾ ਤਾਂ ਮੈਂ ਚੋਣਾਂ ਲੜਨੀਆਂ ਤੇ ਨਾ ਕੋਈ ਪਾਰਟੀ ਬਣਾਉਣੀ ਆ, ਨਾ ਕਿਸੇ ਪਾਰਟੀ ਨੂੰ ਵੋਟਾਂ ਪਾਉਣੀਆਂ। ਕਹਿਣ ਨੂੰ ਜੋ ਮਰਜ਼ੀ ਕਹੀ ਜਾਈਏ ਵੀ ਇਹ ਦੇਖੋ ਇਹ ਤਾਂ ਆਉਣ ਵੇਲੇ ਨੂੰ ਲੜੂਗਾ। ਇਹ ਜਦੋਂ ਕਮਿਊਨਿਸਟ ਮੂਵਮੈਂਟ ਚੱਲਦੀ ਹੁੰਦੀ ਸੀ ਨਾ ਪੰਜਾਬ 'ਚ, ਉਦੋਂ ਦੀ ਮੈਂ ਨਕਸਲਾਈਟ ਮੂਵਮੈਂਟ ਸੀ ਪੰਜਾਬ ਦੀ, ਉਦੋਂ ਦੀ ਮੈਂ ਇੱਕ ਉਦਾਹਰਨ ਦਿੰਦਾ। ਇਹਨਾਂ ਦੇ 4-5 ਵੱਡੇ ਆਗੂ ਬੈਠੇ ਤੇ ਇੱਕ ਉੱਥੇ ਹੋਰ ਬੰਦਾ ਸੀ ਜਿਹੜਾ ਸਾਥੀ ਸੀ ਇਹਨਾਂ ਦਾ, ਜਿਹਦੇ ਤੇ ਥੋੜਾ ਜਿਹਾ ਇਹਨਾਂ ਨੂੰ ਸ਼ੱਕ ਹੋ ਗਿਆ। ਉਹਨਾਂ ਦਾ ਜਿਹੜਾ ਆਗੂ ਸੀ, ਮੈਂ ਨਾਂ ਨਹੀਂ ਲੈ ਰਿਹਾ, ਉਹ ਕਹਿੰਦਾ ਵੀ ਇਸ ਬੰਦੇ ਨੂੰ ਕਹਿੰਦਾ ਮਾਰ ਦਿਓ। ਉਹ ਕਹਿੰਦਾ ਯਾਰ ਐਂ ਕਿਵੇਂ ਮਾਰ ਦਈਏ, ਕੋਈ ਪਤਾ ਤੈਨੂੰ ਵੀ ਇਹਨੇ ਕੁਝ ਕੀਤਾ ਹੋਵੇ ਆਪਣੇ ਅਗੇਂਸਟ ਜਾਂ ਆਪਣੇ ਵਿਰੁੱਧ ਕੋਈ ਸਾਜ਼ਿਸ਼ ਘੜੀ ਹੋਵੇ ਜਾਂ ਪੁਲਿਸ ਨਾਲ ਜਾਂ ਸਰਕਾਰ ਨਾਲ ਮਿਲਿਆ ਹੋਵੇ? ਕਹਿੰਦਾ ਮਿਲਿਆ ਤਾਂ ਨਹੀਂ ਪਰ ਮਿਲ ਸਕਦਾ, ਮੈਂ ਤੁਹਾਨੂੰ ਦੱਸ ਰਿਹਾ ਹੁਣ ਮਿਲ ਸਕਦਾ। ਉਹ ਕਹਿੰਦਾ ਯਾਰ ਐਂ ਕਿਵੇਂ ਮਾਰ ਦਈਏ? ਕਹਿੰਦਾ ਇਹਦਾ ਨਾ ਕੋਈ ਪਰਿਵਾਰ ਆ, ਨਾ ਰਿਸ਼ਤੇਦਾਰ ਆ, ਨਾ ਕੋਈ ਇਹਦਾ ਬਾਲ ਬੱਚਾ, ਕੀ ਫਰਕ ਪੈਂਦਾ? ਬੰਦਿਆਂ ਨੂੰ ਤੇ ਰੂਹਾਂ ਨੂੰ ਐਂ ਮਿਲਦੇ ਆ, ਆਹ ਗਿਣਤੀਆਂ ਮਿੰਟੀਆਂ ਹੁੰਦੀਆਂ ਇਹਨਾਂ ਦੀਆਂ। ਤੇ ਜੇ ਅਸੀਂ ਉਸ ਵਿਚਾਰਧਾਰਾ ਨੂੰ ਉਹਦੀ ਖੰਡਨ ਕਰਦੇ ਆ, ਕਿਉਂ ਕਰਦੇ ਆ? ਕਿਉਂਕਿ ਸਾਡਾ ਤਾਂ ਆਹ ਇਸ਼ਟ ਪਿਆ, ਸਾਡਾ ਤਾਂ ਇਸ਼ਟ ਆ ਪਿਆ ਜਿਹੜਾ ਕਹਿੰਦਾ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਹੋ, ਜਿਹਨੇ ਸਰਬੱਤ ਦੇ ਭਲੇ ਦੀ ਗੱਲ ਦੱਸੀ ਹੈ। ਸੋ ਇਹ ਜਿਹੜੀਆਂ ਰੂਹਾਂ ਦੀਆਂ ਗੱਲਾਂ ਹੁੰਦੀਆਂ ਨਾ, ਇਹ ਗਿਣਤੀਆਂ ਮਿੰਤੀਆਂ ਚੋਂ ਨਹੀਂ ਹੁੰਦੀਆਂ। ਰੂਹਾਂ ਦੀਆਂ ਗੱਲਾਂ ਉਸ ਅਵਚੇਤਨ ਮਨ ਚੋਂ ਹੁੰਦੀਆਂ ਜਿਹੜੀਆਂ ਕਮਾਈਆਂ ਗੁਰੂ ਕਰਕੇ, ਜਿਹੜੀਆਂ ਕਮਾਈਆਂ ਸਾਨੂੰ ਸਾਡੇ ਪੁਰਖੇ ਕਰਕੇ, ਤੇ ਉਹਨਾਂ ਕਮਾਈਆਂ ਦੇ ਬਲ ਤੇ ਹੀ ਆਪਾਂ ਤੁਰੇ ਫਿਰਦੇ ਹਾਂ। ਪਰ ਜਦੋਂ ਤੱਤੀ ਵਾਹ ਵਗਦੀ ਆ, ਮੇਰੀ ਭਾਸ਼ਾ ਨੂੰ ਮਾਫ ਕਰਿਓ, ਪਰ ਸਾਡੇ ਪਿੰਡਾਂ ਦੀ ਆਪ ਕਹਾਵਤ ਹੈ ਇਹ ਵੀ ਹਰ ਲੰਡੀ ਗੁੱਚੀ ਪੂਛ ਚੱਕ ਲੈਂਦੀ ਹੈ। ਕੋਈ ਨਹੀਂ ਉਹਨਾਂ ਦੀਆਂ ਪੂਛਾਂ ਨੂੰ ਵੀ ਰਗੜਨਾ ਆਉਂਦਾ, ਪਰ ਹਜੇ ਉਹ ਸਮਾਂ ਨਹੀਂ ਹੈ। ਹਜੇ ਤਾਂ ਆਪਾਂ ਜਿਹੜਾ ਮਿਲ ਕੇ ਬੈਠੀਏ, ਸਿਰ ਜੋੜ ਕੇ ਗੱਲਾਂ ਕਰੀਏ, ਵਿਚਾਰ ਕਰੀਏ, ਤੇ ਸਾਡਾ ਜਿਹੜਾ ਸੰਘਰਸ਼ ਆ ਉਹਦੇ 'ਚ ਆਪਦੀ ਸ਼ਮੂਲੀਅਤ ਕਿਵੇਂ ਦੇਣੀ ਹੈ ਕਿਸਾਨੀ ਸੰਘਰਸ਼ 'ਚ, ਇਸ ਗੱਲ ਤੇ ਵੀ ਵਿਚਾਰ ਕਰੀਏ। ਆਉਣ ਵਾਲੀ ਸਾਡੀ ਰਣਨੀਤੀ ਕੀ ਹੋਊਗੀ, ਇਸ ਗੱਲ ਨੂੰ ਵੀ ਵਿਚਾਰੀਏ ਕਿ ਕੋਈ ਇੱਕੋ ਹੀ ਰਣਨੀਤੀ ਨਹੀਂ ਚੱਲਦੀ ਹੁੰਦੀ, ਇੱਕੋ ਹੀ ਆਈਡੀਆ ਨਹੀਂ ਚੱਲਦਾ ਹੁੰਦਾ। ਹਰ ਆਈਡੀਆ, ਹਰ ਰਣਨੀਤੀ ਦੀ ਇੱਕ ਉਮਰ ਹੁੰਦੀ ਹੈ। ਉਸ ਤੋਂ ਬਾਅਦ ਉਹਨੇ ਨਵੇਂ ਲੀਡਰਸ਼ਿਪ ਨੇ ਨਵੇਂ ਆਈਡੀਏ, ਨਵੀਂ ਰਣਨੀਤੀ ਘੜਨੀ ਹੁੰਦੀ ਹੈ ਤੇ ਆਪਦੇ ਲੋਕਾਂ ਨੂੰ ਦੇਣਾ ਹੁੰਦਾ।
ਤੁਸੀਂ ਵੇਖੋ ਅਸੀਂ ਉੱਥੇ ਬੈਠੇ ਹਾਂ ਵੀ ਦਿੱਲੀ ਆ ਜਾਓ ਬਹਿ ਜਾਓ, ਦਿੱਲੀ ਆ ਜਾਓ ਬਹਿ ਜਾਓ। ਸਾਡਾ ਪ੍ਰੋਗਰਾਮ ਕੀ ਹੈ, ਸਾਡੇ ਕੋਲੇ ਅਗਲਾ ਆਈਡੀਆ ਕੀ ਹੈ, ਅਸੀਂ ਕਰਨਾ ਕੀ ਆ ਕਿ ਅਸੀਂ ਆਪਣੇ ਲੋਕਾਂ ਦੀਆਂ ਜੇਬਾਂ 'ਚੋਂ ਤਾਂ ਪਹਿਲੇ ਹੀ ਕਿਸਾਨ ਖੁਦਕੁਸ਼ੀਆਂ ਤੇ ਕਰਜ਼ਿਆਂ 'ਚ। ਮੈਨੂੰ ਦੱਸੋ, ਇੱਥੇ ਬੈਠੇ ਆਪਾਂ, ਮੇਰੇ ਸਮੇਤ ਜੇ ਆਪਣੀ ਕਿਸੇ ਦੀ ਲਿਮਟ ਨਾ ਚੱਕੀ ਹੋਵੇ, ਮੈਂ ਵੀ ਚੱਕੀ ਬੈਠਾ, ਫਿਰ ਅਸੀਂ ਕਰਾਂਗੇ ਕੀ? ਸਾਨੂੰ ਤਾਂ ਅਸੀਂ ਇਹਨਾਂ ਨੂੰ ਕਦੇ ਭਲਾ ਤਾਂ ਕਰ ਹੀ ਨਹੀਂ ਸਕੇ। ਖੁਦਕੁਸ਼ੀਆਂ ਕਰਜ਼ੇ ਉਸ ਜ਼ਮੀਨ ਤੇ, ਇਸ ਪੰਜਾਬ ਦੀ ਸਰਜ਼ਮੀਨ ਤੇ ਜਿਹਦੀ ਜ਼ਮੀਨ 'ਚ ਇੰਨੀ ਸਮਰੱਥਾ ਵੀ ਜਿੰਨੀ ਮਰਜ਼ੀ ਤੁਸੀਂ ਮੈਲੀ ਗੰਦਲੀ ਕਰ ਦਿਓ, ਉਹਨੇ ਫਿਰ ਆਪਦੇ ਆਪ ਨੂੰ ਸਿਹਤਮੰਦ ਕਰ ਲੈਣਾ। ਦੁਨੀਆ 'ਚ ਐਗਜ਼ਾਮਪਲਾਂ ਦਿੱਤੀਆਂ ਜਾਂਦੀਆਂ, 125 ਮਣ ਸਾਲ ਦਾ ਅਨਾਜ ਲੈਣੇ ਆਪਾਂ ਇੱਥੋਂ, ਇਦੋਂ ਉਪਜਾਊ ਜ਼ਮੀਨ ਕੀ ਹੋਊਗੀ? ਸੋ ਇਹਨਾਂ ਗੱਲਾਂ, ਬਹੁਤ ਗੱਲਾਂ ਵਿਚਾਰਨ ਵਾਲੀਆਂ ਆਪਾਂ ਕਰਦੇ ਰਹਾਂਗੇ, ਕਿਉਂਕਿ ਮੇਰੇ ਮਨ 'ਚ ਉਹ ਵੀ ਫੁਰ ਨਹੀਂ ਹੁੰਦੇ ਆ। ਬਸ ਜੋ ਮੇਰੇ ਮਨ 'ਚ ਗੱਲ ਆਉਂਦੀ ਹੈ ਮੈਂ ਜਜ਼ਬਾਤਾਂ 'ਚ ਆ ਕੇ ਇਹ ਗੱਲਾਂ ਕਹਿ ਜਾਂਦਾ, ਪਰ ਬਹੁਤ ਵਾਰੀ ਜਜ਼ਬਾਤਾਂ 'ਚ ਵਹਿਣ, ਉਸ ਵਹਿਣ 'ਚ ਬਹਿਣਾ ਵੀ ਕਈ ਵਾਰੀ ਤੰਗ ਕਰ ਜਾਂਦਾ। ਤੇ ਗੱਲ ਇਹੀ ਆ ਵੀ ਆਪਦੇ ਇਤਿਹਾਸ ਤੋਂ, ਆਪਦੇ ਵਿਰਸੇ ਤੋਂ, ਗੁਰੂ ਤੋਂ ਬੇਮੁਖ ਨਹੀਂ ਹੋਇਆ ਜਾ ਸਕਦਾ, ਤੇ ਉਸ ਇਤਿਹਾਸ ਤੇ ਵਿਰਸੇ ਨੂੰ ਮਨ 'ਚੋਂ ਭੁਲਾਇਆ ਨਹੀਂ ਜਾ ਸਕਦਾ। ਅਗਲੀ ਗੱਲ, ਇਹਨਾਂ ਤੋਂਕਾਂ ਨੂੰ ਤੇ ਇਹਨਾਂ ਜਿਹੜੇ ਇੱਕ ਦੂਜੇ ਤੇ ਇਲਜ਼ਾਮ ਲਾਉਣੇ ਆ, ਤੁਸੀਂ ਇਹ ਵੇਖੋ, ਮੈਂ ਹੁਣੇ ਅਸੀਂ ਆਉਂਦੇ ਗੱਲ ਕਰ ਰਹੇ ਸੀ, ਜੇ ਕਿਤੇ ਉਹ ਤਾਂ ਗੁਰੂ ਨਾਨਕ ਸਾਹਿਬ ਬਹੁਤ ਪਹਿਲਾਂ ਹੋ ਗਏ, ਜੇ ਕਿਤੇ ਅੱਜ ਹੋਏ ਹੁੰਦੇ ਇਹਨਾਂ ਨੇ ਇਹ ਵੀ ਗੱਲ ਬਣਾ ਦੇਣੀ ਸੀ ਵੀ ਇਹਨੂੰ ਤਾਂ ਅਸੀਂ ਗੰਗਾ 'ਚ ਪਾਣੀ ਦਿੰਦੇ ਦੇਖਿਆ, ਸੂਰਜ ਨੂੰ, ਇਹ ਤਾਂ RSS ਦਾ ਬੰਦਾ। ਇਹ ਐਂ ਚੱਲਦਾ, ਕੋਈ ਆਧਾਰ ਨਹੀਂ ਹੁੰਦਾ, ਬਸ ਗੱਲ ਹੀ ਕਹਿਣੀ ਆ। ਸੋ ਅਸੀਂ ਇਹੋ ਜਿਹੇ ਜ਼ਮਾਨੇ 'ਚ ਆ ਜਿੱਥੇ ਗੱਲ ਕਹਿਣੀ ਆ ਤੇ ਦੂਜੇ ਮੰਨ ਲੈਂਦੇ ਆ, ਪਰ ਕਿਸੇ ਦੇ ਆਪਾਂ ਨੇ ਭਗਤ ਨਾ ਬਣੀਏ। ਭਗਤ ਇਹਦੀ ਵੀ ਭਗਤੀ ਕਰਨੀ ਹੈ, ਇਹਦੀ ਅਜ਼ਮਤ ਨੂੰ ਬਰਕਰਾਰ ਰੱਖਣਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਨੂੰ। ਇਸ ਕਰਕੇ ਬਾਬਾ ਜੀ ਨੂੰ ਵੀ ਮੇਰੀ ਇੱਕ ਬੇਨਤੀ ਆ ਵੀ ਅਗਲੀ ਵਾਰੀ ਅਰਦਾਸ ਕਰੋ ਤਾਂ ਦੋਹਰਾ ਸਾਹਿਬ ਪੜ੍ਹਨ ਤੋਂ ਬਿਨਾਂ ਅਰਦਾਸ ਕੰਪਲੀਟ। ਜਿੰਨੇ ਵੀ ਲੋਕ ਇੱਥੇ ਤੁਸੀਂ ਚੱਲ ਕੇ ਆਏ ਹੋ, ਔਰ ਸਾਡੇ ਵੱਡੇ ਭਾਈ ਦੀਪ ਸਿੰਘ ਦਾ ਜੋ ਕੁਛ ਰੁਝੇਵਿਆਂ ਤੋਂ ਬਾਅਦ ਕਈ ਸਾਡੇ ਨਾਲ ਜਦੋਂ ਫੋਨ ਤੇ ਕੋਈ ਗੱਲਬਾਤ ਵਗੈਰਾ ਹੁੰਦੀ ਸੀ, ਅੱਗੇ ਪਿੱਛੋਂ ਬਾਰ-ਬਾਰ ਗੱਲ ਇਹ ਜਾਵੇ, ਆਗਿਆ ਭਰੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਸੋ ਅਸੀਂ ਆਪਦੇ ਵਿਰਸੇ ਨੂੰ, ਆਪਦੀ ਜਿਹੜੀ ਸਾਡੇ ਕੁਝ ਫਲਸਫੇ ਉਹਨਾਂ ਨੂੰ ਭੁਲਾ ਕੇ ਲੜਾਈਆਂ ਨਹੀਂ ਲੜ ਸਕਦੇ, ਕਦੇ ਲੜੀਆਂ ਹੀ ਨਹੀਂ ਸੀ। ਜਿਨ੍ਹਾਂ ਨੇ ਬੰਦ ਘਟਾਤੇ, ਖੋਪੜੀਆਂ ਲਹਾਤੀਆਂ, ਚਰਖੜਿਆਂ ਤੇ ਚੜ੍ਹ ਗਏ, ਤਵੀਆਂ ਤੇ, ਛਵੀਆਂ ਤੇ, ਨੇਜਿਆਂ ਤੇ, ਉਹਨਾਂ ਨੇ ਕਦੇ ਭੁਲਾਇਆ ਸੀ? ਪਰ ਇਤਿਹਾਸ ਉਹੀ ਰਚ ਗਏ ਨਾ, ਔਰ ਜਿਨ੍ਹਾਂ ਨੇ ਭੁਲਾਇਆ ਉਹ ਇਤਿਹਾਸ ਨਹੀਂ ਰਚ ਸਕੇ। ਇੱਥੇ ਆ ਕੇ ਪੜ੍ਹਿਆ ਸੀ ਨਾ ਬਦਾਵਾ ਗੁਰੂ ਸਾਹਿਬ ਨੇ, ਕਮਰ ਕੱਸੇ ਚ ਲਈ ਫਿਰਦੇ ਸੀ। ਜੇ ਪਾੜਿਆ ਗਿਆ ਤਾਂ ਇਤਿਹਾਸ ਰਚਿਆ ਗਿਆ, ਜੇ ਨਾ ਪਾੜਿਆ ਹੁੰਦਾ ਤਾਂ ਸ੍ਰੀ ਮੁਕਤਸਰ ਸਾਹਿਬ ਦੀ ਕੋਈ ਹੋਂਦ ਨਹੀਂ ਹੋਣੀ ਸੀ। ਸੋ ਉਹਨਾਂ ਫਲਸਫਿਆਂ ਨੂੰ, ਉਸ ਗੁਰੂ ਨੂੰ ਆਪਦੇ ਅੰਦਰੋਂ ਨਹੀਂ ਭੁਲਾਇਆ ਜਾ ਸਕਦਾ। ਉਸ ਤੋਂ ਬਾਅਦ ਸਾਡੇ ਲਈ ਜ਼ਮੀਨਾਂ, ਉਸ ਤੋਂ ਬਾਅਦ ਸਾਡੇ ਲਈ ਜਾਇਦਾਦ ਆ, ਉਸ ਤੋਂ ਬਾਅਦ ਹੀ ਪਰਿਵਾਰ ਆ ਸਾਡੇ। ਸੋ ਇੰਨੀਆਂ ਕੁ ਬੇਨਤੀਆਂ ਕਰਨੀਆਂ ਸੀ। ਬਾਕੀ ਪਿੰਡ ਜਿਹੜੇ ਸਾਰੀਆਂ ਸਾਡੇ ਸੰਗਤ ਬੈਠੀ ਆ, ਤੇ ਪਿੰਡ ਵਾਲਾ ਪਰਿਵਾਰ ਆ ਮੇਰਾ, ਸਾਰਾ ਪਰਿਵਾਰ ਹੀ ਪਿੰਡ, ਹੁਣ ਸਾਰਾ ਪਿੰਡ ਹੀ ਪਰਿਵਾਰ ਆ। ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਤੁਸੀਂ ਜਿੰਨਾ ਉਸ ਵੇਲੇ ਸਾਥ ਦਿੱਤਾ, ਤੇ ਜਿਵੇਂ ਬੜਕ ਮਾਰੀ ਆ, ਉਹ ਫਿਰ ਪਿੰਡੋਂ ਜਦੋਂ ਬੜਕ ਵੱਜ ਗਈ, ਉਸ ਤੋਂ ਬਾਅਦ ਤਾਂ ਫਿਰ ਹਵਾ ਬਦਲਣੀ ਸੀ। ਸੋ ਬਹੁਤ ਬਹੁਤ ਧੰਨਵਾਦ ਜੀ। ਜਿਉਂਦੇ ਵਸਦੇ ਰਹੋ। ਆਈ ਆਪਾਂ ਪਰਿਵਾਰ ਵਾਂਗੂ ਬੈਠਦੇ ਰਹੀਏ, ਗੱਲਾਂ ਬਾਤਾਂ ਕਰਦੇ ਰਹੀਏ। ਇਹਦੇ 'ਚ ਹੀ ਕੁਛ ਆਪਾਂ ਜੇ ਆਪਦੀ ਮਿੱਟੀ ਖਾਤਰ, ਆਪਦੇ ਲੋਕਾਂ ਖਾਤਰ ਕਰ ਜਾਈਏ, ਇੰਨਾ ਹੀ ਬਹੁਤ ਹੁੰਦਾ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬਾਈ ਜੀ ਇੱਕ ਮਿੰਟ ਹੀ ਰੁਕਿਓ। ਸਾਰੇ ਉਹ ਕਹਿੰਦੇ ਵੀ ਸਾਰਿਆਂ ਦੇ ਸਰੋਪਾ ਸਿੰਘ ਜੀ ਉਹ ਤੁਹਾਨੂੰ ਸਰੋਪਾ ਦੇਣਗੇ ਜੀ। ਪਰਮਜੀਤ ਸਿੰਘ ਮੈਂਬਰ ਜੀ,
ਅੱਛਾ ਅੱਛਾ ਉਸ ਤੋਂ ਬਾਅਦ ਬਲਜਿੰਦਰ ਸਿੰਘ ਪੱਪੂ ਜੀ, ਬਾਈ ਰਘਬੀਰ ਸਿੰਘ ਬਹਾਦਰ, ਬਾਈ ਜਸਕਰਨ ਸਿੰਘ ਜੀ ਨਿੱਕਾ, ਸ਼ਿਵਰਾਜ ਸਿੰਘ ਜੀ ਬਰਾੜ ਸਾਹਿਬ, ਸੁਖਰਾਜ ਸਿੰਘ ਜੀ ਉਦੇਕਰਨ, ਨਛੱਤਰ ਸਿੰਘ ਜੀ, ਉਸ ਤੋਂ ਬਾਅਦ ਬਲਜਿੰਦਰ ਸਿੰਘ ਜੀ ਬਿੰਦਰ,